ਅਸੀਂ ਕਰ ਰਹੇ ਹਾਂ ਰਾਜਨੀਤੀ, ਰਾਈਟ। ਰਾਜਨੀਤੀ ਵਿੱਚ ਪਹਿਲਾਂ ਅਸੀਂ ਜਿਹੜੀ ਗੌਰਮੈਂਟ ਪੜ੍ਹੀ ਹੈ, ਸਰਕਾਰ ਅਸੀਂ ਕਿੱਥੋਂ ਦੀ ਪੜ੍ਹੀ ਹੈ? ਇੰਟਰਨੈਸ਼ਨਲ ਲੈਵਲ ਦੀ। ਇੰਟਰਨੈਸ਼ਨਲ ਲੈਵਲ 'ਤੇ ਸਰਕਾਰ ਅਸੀਂ ਦੇਖਿਆ ਸੀ ਕਈ ਦੇਸ਼ਾਂ ਵਿੱਚ ਲੋਕਤੰਤਰੀ ਹੈ, ਕਈ ਦੇਸ਼ਾਂ ਵਿੱਚ ਤਾਨਾਸ਼ਾਹ ਹੈ। ਉਸ ਤੋਂ ਬਾਅਦ ਅਸੀਂ ਦੇਖਿਆ ਸਾਡੇ ਭਾਰਤ ਵਿੱਚ ਜਿਹੜਾ ਹਿੱਸਾ ਹੈ ਉਹ ਕਿਹੜਾ ਹੈ? ਲੋਕਤੰਤਰੀ। ਅਤੇ ਲੋਕਤੰਤਰੀ ਸਰਕਾਰ ਸਾਡੇ ਭਾਰਤ ਵਿੱਚ ਕੀ, ਅਮਰੀਕਾ ਵਿੱਚ ਕੀ, ਬਹੁਤ ਸਾਰੇ ਕੰਟਰੀਆਂ ਵਿੱਚ ਲੋਕਤੰਤਰੀ ਹੈ। ਪਰ ਮੈਂ ਕਿਹਾ ਅਸੀਂ ਬਾਕੀ ਦੇਸ਼ਾਂ ਦੀ ਸਟੱਡੀ ਨਹੀਂ ਕਰਨੀ, ਸਾਡੇ ਕੋਲ ਆਹੀ ਤਾਂ ਹੁੰਦੀ ਨਹੀਂ, ਭਾਰਤ ਦੀ ਤਾਂ ਹੁੰਦੀ ਨਹੀਂ, ਵੀ ਬਾਕੀ ਦੇਸ਼ਾਂ ਦੀ ਸਟੱਡੀ ਕਿੱਥੋਂ ਕਰ ਲਾਂਗੇ। ਅਸੀਂ ਕਿਹਦੀ ਸਟੱਡੀ ਕਰਨੀ? ਜਸਟ ਭਾਰਤ ਦੀ। ਭਾਰਤ ਦੀ ਸਟੱਡੀ ਵਿੱਚ ਅਸੀਂ ਦੇਖਿਆ ਕਿ ਸਾਡੀ ਭਾਰਤ ਵਿੱਚ ਕਿੰਨੇ ਲੈਵਲ ਦੀ ਸਰਕਾਰ ਸੀਗੀ? 3 ਲੈਵਲ ਦੀ। ਭਾਰਤ ਵਿੱਚ ਕਿੰਨੇ ਲੈਵਲ ਸਰਕਾਰ ਪਾਈ ਜਾਂਦੀ ਹੈ? ਭਾਰਤ ਵਿੱਚ ਲੋਕਤੰਤਰੀ ਸਰਕਾਰ ਤਾਂ ਹੈਗੀ ਹੈ, ਪਰ ਭਾਰਤ ਵਿੱਚ ਜਿਹੜੀ ਸਰਕਾਰ ਦੇ ਕਿੰਨੇ ਲੈਵਲ ਨੇ? 3 ਲੈਵਲ, 3 ਪੱਧਰ 'ਤੇ। ਸੋ ਜੋ ਸਰਕਾਰ ਹੈ ਸਾਡੇ ਕੋਲ, ਉਹਦੇ 3 ਲੈਵਲ ਕਿਹੜੇ ਕਿਹੜੇ ਸੀ? ਅਸੀਂ ਕੱਲ੍ਹ ਕੀਤੇ ਸੀਗੇ। ਪਹਿਲਾ ਰੂਪ ਕਿਹੜਾ ਸੀਗਾ? ਕੇਂਦਰ ਸਰਕਾਰ। ਦੂਸਰਾ ਰੂਪ ਕਿਹੜਾ ਸੀਗਾ? ਰਾਜ ਸਰਕਾਰ। ਤੀਸਰਾ ਰੂਪ ਕਿਹੜਾ ਸੀ? ਸਥਾਨਕ ਸਰਕਾਰ। ਅੰਡਰਸਟੈਂਡ ਜੀ? ਇਹਦਾ ਮਤਲਬ ਕੀ ਹੈ? ਸਾਡੇ ਭਾਰਤ ਦੇ ਵਿੱਚ ਇੱਕ ਬੜਾ ਸੋਹਣਾ ਸਿਸਟਮ ਹੈ। ਪਹਿਲਾਂ ਇੱਕ ਬੰਦੇ ਕੋਲ ਸਾਰਾ ਸਿਸਟਮ, ਫਿਰ ਉਹਨੇ ਅਗਰ ਰਾਜਾਂ ਕੋਲ ਸਿਸਟਮ, ਇੱਕ ਰਾਜ ਵੀ ਪੂਰੇ ਦੇ ਪੂਰੇ ਸਟੇਟ ਨੂੰ ਨਹੀਂ, ਮਤਲਬ ਇੱਕ ਜਿਹੜਾ ਮੁੱਖ ਮੰਤਰੀ ਹੈ ਪੂਰੀ ਸਟੇਟ ਨੂੰ ਨਹੀਂ ਸੰਭਾਲ ਸਕਦਾ, ਇਸ ਲਈ ਅਗਾਂਹ ਤੱਕ ਸਿਸਟਮ ਜ਼ਿਲ੍ਹਿਆਂ ਤੋਂ ਅੱਗੇ ਕਿੱਥੇ ਆ ਰਿਹਾ ਹੈ? ਸਾਡੇ ਕੋਲ ਨੀਚੇ ਬਲੋਕਾਂ 'ਚ ਕਿੱਥੇ ਜਾ ਰਿਹਾ ਸਿਸਟਮ? ਪਿੰਡਾਂ 'ਚ। ਮੈਂ ਕਿਹਾ ਇਸ ਲਈ ਸਾਡੇ ਹਰੇਕ ਪਰਸਨ ਦੀ ਪ੍ਰੋਬਲਮ ਦਾ ਪਤਾ ਚੱਲੇ, ਸਾਨੂੰ ਹਰੇਕ ਪਿੰਡ ਦੇ ਵਿੱਚ ਕੀ ਮੁਸੀਬਤ ਹੈ, ਕਿਸ ਚੀਜ਼ ਦੀ ਕਮੀ ਹੈ, ਕਿਸ ਚੀਜ਼ ਦੀ ਜ਼ਰੂਰਤ ਹੈ। ਇਸ ਆਧਾਰ 'ਤੇ ਸਾਡੇ ਜਿਹੜੇ ਸੰਵਿਧਾਨ ਬਣਾਉਣ ਵਾਲੇ ਮਹਾਨ ਨੇਤਾ ਸੀਗੇ, ਉਹਨਾਂ ਨੇ ਕੀ ਕੀਤਾ? ਜਿਹੜੀ ਸਾਡੀ ਸਰਕਾਰ ਹੈ ਉਹਦੇ ਕਿੰਨੇ ਲੈਵਲ ਕਰ ਦਿੱਤੇ? 3 ਲੈਵਲ। ਪਹਿਲੇ ਲੈਵਲ ਨੂੰ ਕਹਿ ਦਿੱਤਾ ਕੇਂਦਰ ਸਰਕਾਰ, ਦੂਜੇ ਲੈਵਲ ਨੂੰ ਕਹਿ ਦਿੱਤਾ ਰਾਜ ਸਰਕਾਰ, ਤੀਸਰੇ ਲੈਵਲ ਨੂੰ ਕਹਿ ਦਿੱਤਾ ਸਥਾਨਕ ਸਰਕਾਰ। ਦੇਖੋ, ਕੇਂਦਰ ਸਰਕਾਰ ਕਦੇ ਵੀ ਰਾਜ ਸਰਕਾਰ ਦੇ ਕੰਮਾਂ 'ਚ ਦਖਲ ਨਹੀਂ ਦੇ ਸਕਦੀ, ਥੋੜ੍ਹੇ ਬਹੁਤ ਚੀਜ਼ਾਂ ਨੂੰ ਛੱਡ ਕੇ। ਰਾਜ ਸਰਕਾਰ ਕਦੇ ਵੀ ਕੇਂਦਰ ਸਰਕਾਰ ਦੇ ਕੰਮਾਂ ਵਿੱਚ ਦਖਲ, ਜਿਵੇਂ ਐਗਜ਼ਾਮਪਲ ਲਓ, ਮੰਨ ਕੇ ਚਲੋ ਤੁਹਾਡਾ ਦਾਦਾ ਹੈ, ਤੁਹਾਡਾ ਜਿਹੜਾ ਦਾਦਾ ਹੈ ਉਹਦੇ 4 ਪੁੱਤਰ ਨੇ। ਇੱਕ ਪੁੱਤਰ ਦਾ ਨਾਮ ਲਿਖ ਲਿਆ ਰਾਮ, ਇੱਕ ਦਾ ਪੁੱਤਰ ਦਾ ਨਾਮ ਲਿਖ ਲਿਆ ਸ਼ਾਮ, ਇੱਕ ਦਾ ਨਾਮ ਲਿਖਤਾ ਮੋਹਨ, ਇੱਕ ਦਾ ਨਾਮ ਲਿਖਤਾ ਸੋਹਨ। ਇਹਦਾ ਮਤਲਬ ਕੀ? ਇਹ ਗੱਲ ਨੂੰ ਸਮਝਿਓ, ਰਾਜ ਸਰਕਾਰ ਤੇ ਕੇਂਦਰ ਸਰਕਾਰ ਕਿੱਦਾਂ ਹੈ? ਜੋ ਤੁਹਾਡਾ ਦਾਦਾ ਹੈ, ਉਸ ਤੁਹਾਡੇ ਦਾਦੇ ਦੇ ਪੁੱਤਰ ਕਿੰਨੇ ਨੇ? 4। ਉਹ 4ਾਂ ਦੇ ਉੱਪਰ ਜਿਹੜੀ ਉਹਦੀ ਪਾਵਰ ਹੋਵੇਗੀ, ਕਿਉਂਕਿ ਉਹ ਸਾਰਿਆਂ ਦਾ ਕੀ ਲੱਗਦਾ ਹੈ? ਫਾਦਰ। ਕੀ ਸਾਰਿਆਂ ਲੱਗਦਾ ਹੈ? ਡੈਡੀ। ਇਹਦਾ ਮਤਲਬ ਜਿਹੜਾ ਤੁਹਾਡਾ ਦਾਦਾ ਹੈ ਉਹਦੀ ਪਾਵਰ ਕਿੰਨਾ ਚੱਲੇਗੀ? ਤੁਹਾਡੇ ਡੈਡੀ ਵਰਾਂ 'ਤੇ। ਪਰ ਜਿਹੜੀ ਪਾਵਰ ਤੁਹਾਡੇ ਦਾਦੇ ਕੋਲ ਤੁਹਾਡੇ ਡੈਡੀ ਵਰਾਂ ਦੇ ਉੱਤੇ ਹੋਵੇਗੀ, ਉਹੀ ਪਾਵਰ ਤੁਹਾਡੇ ਡੈਡੀ ਕੋਲ ਤੁਹਾਡੇ ਉੱਤੇ ਹੋਵੇਗੀ। ਮਤਲਬ ਰਾਮ ਹੈ, ਰਾਮ ਦੀ ਪਾਵਰ, ਜਿਹੜਾ ਰਾਮ ਦਾ ਘਰ ਹੈ ਉਹਦੀ ਪਾਵਰ ਆਪਣੇ ਘਰ ਵਿੱਚ ਚੱਲ ਸਕਦੀ ਹੈ। ਮਤਲਬ ਤੁਹਾਡਾ ਜਿਹੜਾ ਡੈਡੀ ਹੈ, ਤੁਹਾਡੇ ਡੈਡੀ ਦੀ ਪਾਵਰ ਤੁਹਾਡੇ ਘਰ ਵਿੱਚ ਚੱਲੇਗੀ, ਤੁਹਾਡੇ ਚਾਚੇ ਦੀ ਪਾਵਰ ਤੁਹਾਡੇ ਚਾਚੇ ਦੇ ਘਰ ਵਿੱਚ ਚੱਲ ਜਾਏਗੀ, ਤੁਹਾਡੇ ਤਾਏ ਦੀ ਪਾਵਰ ਤੁਹਾਡੇ ਤਾਏ ਦੇ ਘਰ ਵਿੱਚ ਚੱਲ ਜਾਏਗੀ। ਇਹ ਨਹੀਂ ਹੋ ਸਕਦਾ ਕਿ ਤੁਹਾਡੇ ਤਾਇਆ ਤੁਹਾਡੇ ਘਰੇ ਤੁਹਾਡੇ ਡੈਡੀ ਦੀ ਜਗ੍ਹਾ 'ਤੇ ਆ ਕੇ ਆਪਣੇ ਹੀ ਆ ਕੇ ਕਿ ਭਲਾ ਮੈਂ ਹੀ ਹਾਂ ਸਭ ਕੁਛ। ਗੱਲ ਨੂੰ ਸਮਝੋ, ਜਿਵੇਂ ਤੁਹਾਡੇ ਦਾਦੇ ਦੀ ਪਾਵਰ ਹੈ, ਉਹਦੀ ਕਿੱਦੇ ਪਾਵਰ ਚੱਲ ਰਹੀ ਹੈ? ਤੁਹਾਡੇ ਡੈਡੀ ਵਰਾਂ 'ਤੇ, ਕਿਉਂਕਿ ਤੁਹਾਡੇ ਦਾਦੇ ਦੇ ਜਿਹੜੇ ਪੁੱਤਰ ਨੇ ਤੁਹਾਡੇ ਡੈਡੀ ਵਰੀ ਨੇ, ਪਰ ਤੁਹਾਡੇ ਡੈਡੀ ਦੇ ਪੁੱਤਰ ਕੀ ਜੇ? ਤੁਸੀਂ ਹੋ। ਇਹਦਾ ਮਤਲਬ ਤੁਹਾਡਾ ਚਾਚਾ ਜਿਹੜਾ ਉਹ ਤੁਹਾਡੇ ਘਰੇ ਐਂਟਰੀ ਨਹੀਂ ਕਰ ਸਕਦਾ, ਤੁਹਾਡੇ ਉੱਪਰ ਆਪਣਾ ਹੱਕ ਨਹੀਂ ਜਤਾ ਸਕਦਾ ਜ਼ਿਆਦਾ। ਜੋ ਆਪਣੇ ਘਰ ਦੇ ਰੂਲ ਬਣਾ ਸਕਦਾ ਹੈ, ਜੋ ਆਪਣੇ ਘਰ ਦੇ ਪਰਿਵਾਰ ਦੇ ਉੱਪਰ ਜੋ ਚੀਜ਼ਾਂ ਥੋਪ ਸਕਦਾ ਹੈ, ਉਹ ਤੁਹਾਡੇ ਪਰਿਵਾਰ 'ਤੇ ਕਿਉਂ ਨਹੀਂ ਥੋਪ ਸਕਦਾ? ਕਿਉਂਕਿ ਉਹਦਾ ਘਰ ਅਲੱਗ ਹੈ ਅਤੇ ਤੁਹਾਡਾ ਘਰ ਕੀ ਹੈ? ਅਲੱਗ। ਪਰ ਜਿਹੜਾ ਤੁਹਾਡਾ ਦਾਦਾ ਹੈ ਉਹ ਸਾਰਿਆਂ ਦੇ ਘਰਾਂ ਦੇ ਉੱਪਰ ਕੁਝ ਚੀਜ਼ਾਂ ਨੂੰ ਥੋਪ ਸਕਦਾ ਹੈ, ਕੁਝ ਚੀਜ਼ਾਂ ਦੇ ਉਹਨਾਂ ਦੇ ਕੋਲ ਉਹਨਾਂ ਦੇ ਵਿੱਚ ਕੰਮ ਕਰ ਸਕਦਾ। ਜਿਵੇਂ ਕਿ ਦੇਖੋ, ਫੋਰ ਐਗਜ਼ਾਮਪਲ, ਜਿਹੜਾ ਤੁਹਾਡਾ ਡੈਡੀ ਹੈ, ਤੁਹਾਡੇ ਡੈਡੀ ਕੋਲ ਪਾਵਰ ਹੈ ਤੁਹਾਡੇ ਘਰ ਦੀ, ਤੁਹਾਡੇ ਡੈਡੀ ਕੋਲ ਪਾਵਰ ਹੈ ਤੁਹਾਡੇ ਘਰ ਦੇ ਰੂਲ ਬਣਾਉਣ ਦੀ। ਜੋ ਤੁਹਾਡੇ ਡੈਡੀ ਕੋਲ ਪਾਵਰ ਹੈ ਨਾ, ਉਹੀ ਪਾਵਰ ਤੁਸੀਂ ਆਪਣੇ ਚਾਚੇ ਨੂੰ ਨਹੀਂ ਦੇ ਸਕਦੇ, ਉਹ ਪਾਵਰ ਤੁਸੀਂ ਆਪਣੇ ਤਾਏ ਨੂੰ ਨਹੀਂ ਦੇ ਸਕਦੇ। ਇਹਦਾ ਮਤਲਬ ਕਿ ਜਿਵੇਂ ਸਾਡੇ ਕੋਲ ਰਾਜ ਸਰਕਾਰਾਂ ਨੇ, ਇਹ ਸਮਝ ਲਓ ਜਿਹੜਾ ਸਾਡਾ ਦਾਦਾ ਹੈ ਉਹ ਸੈਂਟਰ ਸਰਕਾਰ ਹੈ, ਪਰ ਜੋ ਸਾਡੇ ਆਪਣੇ ਡੈਡੀ, ਕੋਈ ਚਾਚਾ, ਕੋਈ ਤਾਇਆ ਹੈ, ਉਹ ਸਾਡੇ ਕੌਣ ਨੇ? ਆਪਣੇ ਰਾਜ ਸਰਕਾਰਾਂ। ਜਿਸ ਤਰ੍ਹਾਂ ਸਾਡਾ ਡੈਡੀ ਚਾਚੇ ਦੇ ਘਰ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਚਾਚਾ ਤਾਏ ਦੇ ਘਰ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਮਤਲਬ ਉਹਨਾਂ ਦਾ ਆਪਣੇ ਘਰ ਨੂੰ ਚਲਾਉਣ ਦਾ ਹਰੇਕ ਦਾ ਸਿਸਟਮ ਅਲੱਗ ਹੈ,
ਉਹਦੀ ਪਾਵਰ ਆਪਣੇ ਘਰ ਤੱਕ ਹੀ ਸੀਮਿਤ ਹੈ। ਸੇਮ ਟੂ ਸੇਮ ਸਾਡੇ ਕੋਲ 28 ਰਾਜ ਨੇ, 28 ਰਾਜਾਂ ਦੇ ਵਿੱਚ ਸਾਡੇ ਕੋਲ ਹਰੇਕ ਰਾਜ ਆਪਣੇ ਘਰ ਤੱਕ ਹੀ ਸੀਮਿਤ ਹੈ। ਆਪਣੇ ਘਰ ਵਿੱਚ ਜੇ ਫੋਰ ਐਗਜ਼ਾਮਪਲ ਮੈਂ ਕਹਿੰਦਾ ਹਰਿਆਣਾ ਹੈ, ਹਰਿਆਣੇ ਦੀ ਪਾਵਰ ਆਪਣੇ ਘਰ ਤੱਕ ਹੀ ਸੀਮਿਤ ਹੈ। ਹਰਿਆਣਾ ਪੰਜਾਬ ਦੇ ਉੱਪਰ ਆ ਕੇ ਆਪਣਾ ਕੋਈ ਵੀ ਕੰਮ ਥੋਪ ਨਹੀਂ ਸਕਦਾ। ਹਰਿਆਣਾ ਆਪਣੇ ਜੋ ਹਰਿਆਣੇ ਦਾ ਏਰੀਆ ਹੈ ਉਹਦੇ ਏਰੀਏ ਪ੍ਰਤੀ ਜੋ ਕਾਨੂੰਨ ਬਣਾਵੇ, ਉਹਦੇ ਉੱਪਰ ਜੋ ਵੀ ਡਿਸੀਜਨ ਲਵੇ, ਚੰਗੇ ਲਵੇ ਮਾੜੇ ਲਵੇ, ਕਿਉਂਕਿ ਉਹਦੇ ਕੋਲ ਆਪਣੇ ਇਲਾਕੇ ਦੇ ਉੱਪਰ ਫੈਸਲਾ ਲੈਣ ਦੀ ਪਾਵਰ ਹੈ। ਦੈਟਸ ਮੀਨਸ ਉਹ ਆਪਣੇ ਇਲਾਕੇ ਦੇ ਉੱਪਰ ਜਿਹੜਾ ਹਰਿਆਣਾ ਹੈ ਉਹਦਾ ਸੀਐਮ ਕੌਣ ਹੈ? ਮਨੋਹਰ ਲਾਲ ਖੱਟੜ। ਅਤੇ ਮਨੋਹਰ ਲਾਲ ਖੱਟੜ ਕੋਲ ਪਾਵਰ ਹੈ ਆਪਣੇ ਇਲਾਕੇ ਨੂੰ ਚਲਾਉਣ ਦੀ। ਪਰ ਉਹ ਭਗਵੰਤ ਮਾਨ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰੇ ਤੋਂ ਜ਼ਿਆਦਾ ਸਮਝਦਾਰ ਹਾਂ ਜਾਂ ਤੂੰ ਮੇਰੇ ਤੋਂ ਘੱਟ ਸਮਝਦਾਰ ਹੈ, ਮੈਂ ਪੰਜਾਬ ਨੂੰ ਚਲਾ ਕੇ ਦਿਖਾਣਾ। ਨਹੀਂ, ਤੂੰ ਆਪਣੇ ਘਰ ਦਾ ਮਾਲਕ ਹੈ, ਤੂੰ ਆਪਣਾ ਘਰ ਸੰਭਾਲ, ਅਸੀਂ ਆਪਦੇ ਘਰ ਦੇ ਮਾਲਕ, ਅਸੀਂ ਆਪਣਾ ਘਰ ਸੰਭਾਲਾਂਗੇ। ਇਹਦਾ ਮਤਲਬ ਜਿਹੜੀ ਗੱਲ ਮੈਂ ਅੰਡਰਸਟੈਂਡ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡੀ ਇੱਕ ਸਟੇਟ ਦੂਜੀ ਸਟੇਟ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ, ਸੈਂਟਰ ਸਟੇਟ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਦੇਖੋ ਜਿਹੜੀ ਪਾਵਰ ਤੁਹਾਡੇ ਦਾਦੇ ਕੋਲ ਹੈਗੀ ਏ, ਉਹਦੀ ਪਾਵਰ ਤੁਹਾਡੇ ਡੈਡੀ ਤੱਕ ਤਾਂ ਸੀਮਤ ਹੈਗੀ ਏ, ਪਰ ਉਹਦੇ ਬੱਚਿਆਂ ਦੇ ਨਿਗਾਹ ਦੇ ਵਿੱਚ ਜਿਹੜਾ ਦਾਦਾ ਹੈ ਉਹਦੇ ਡੈਡੀ ਦੀ ਪਾਵਰ ਜਿਹੜੀ ਹੋਵੇਗੀ ਉਹ ਦਾਦੇ ਦੀ ਪਾਵਰ ਨਹੀਂ ਹੋਵੇਗੀ। ਕੋਈ ਚੀਜ਼ਾਂ ਦਾਦਾ ਬੱਚਿਆਂ 'ਤੇ ਥੋਪ ਸਕਦਾ ਹੈ, ਪੋਤਰੀ ਪੋਤਰਿਆਂ 'ਤੇ ਲਗਾ ਸਕਦਾ ਹੈ, ਪਰ ਜੋ ਤੁਹਾਡੇ ਡੈਡੀ ਤੁਹਾਡੇ ਉੱਪਰ ਥੋਪ ਸਕਦਾ ਹੈ ਨਾ, ਉਹਦੀ ਪਾਵਰ ਤੁਹਾਡੇ ਦਾਦੇ ਕੋਲ ਨਹੀਂ ਹੈਗੀ। ਮਤਲਬ ਕੁਝ ਨਾ ਕੁਝ ਰੂਲ ਤੁਹਾਡਾ ਦਾਦਾ ਬਣਾ ਸਕਦਾ ਹੈ, ਪਰ ਉਹ ਇੱਕ ਤੇ ਨਹੀਂ ਬਣਾ ਸਕਦਾ, ਉਹ ਸਾਰੇ ਘਰਾਂ 'ਤੇ ਬਣਾ ਸਕਦਾ, ਕਿਉਂਕਿ ਉਹਦੀ ਪਾਵਰ ਕੀ ਹੈ? ਸੈਂਟਰ ਹੈ। ਉਹ ਸਾਰਿਆਂ ਦਾ ਕੀ ਹੈ? ਸੈਂਟਰ। ਦੇਖੋ ਤੁਹਾਡੇ ਦਾਦੇ ਕੋਲ ਕੀ ਪਾਵਰ ਹੈ ਕਿ ਉਹ ਪਹਿਲੇ ਘਰ 'ਤੇ ਤੁਹਾਡੇ ਡੈਡੀ ਦੇ ਘਰ ਦੇ ਉੱਪਰ ਵੀ ਕੁਛ ਨਾ ਕੁਛ ਚੀਜ਼ਾਂ ਲਾਗੂ ਕਰ ਸਕਦਾ ਹੈ। ਉਹ ਤੁਹਾਡੇ ਚਾਚੇ ਦੇ ਘਰ 'ਤੇ, ਤਾਏ ਦੇ ਘਰ 'ਤੇ, ਜਾਂ ਕੋਈ ਇੱਕ ਹੋਰ ਭਰਾ ਹੈ ਉਹਦੇ ਘਰ 'ਤੇ ਕੁਛ ਨਾ ਕੁਛ ਚੀਜ਼ਾਂ ਲਾਗੂ ਕਰ ਸਕਦਾ ਹੈ। ਪਰ ਇਹ ਨਹੀਂ ਕਦੇ ਹੋ ਸਕਦਾ ਕਿ ਉਹ ਸਾਰੇ ਦੀ ਸਾਰੀ ਪਾਵਰ ਆਪਣੀ ਇੱਕੋ ਘਰ ਦੇ ਉੱਪਰ ਆ ਕੇ ਭਲਾ ਮੇਰੀ ਚੱਲਣੀ, ਇੱਦਾਂ ਨਹੀਂ ਹੋ ਸਕਦਾ। ਕਿਉਂਕਿ ਜੋ ਉਹਦੇ ਅੱਗੇ ਬੱਚੇ ਹੋਣਗੇ, ਉਹਦੇ ਬੱਚਿਆਂ ਦੇ ਵਾਸਤੇ ਜਿਹੜਾ ਅਹੁਦਾ ਇਹਨਾਂ ਚਾਰਾਂ ਦੇ ਵਾਸਤੇ ਇਹਨਾਂ ਦੇ ਡੈਡੀ ਦਾ ਹੈ, ਉਹੀ ਅਹੁਦਾ ਤੁਹਾਡੇ ਵਾਸਤੇ ਤੁਹਾਡੇ ਡੈਡੀ ਦਾ ਹੈ। ਦਾਦਾ ਠੀਕ ਹੈ ਪਾਵਰਫੁਲ ਹੈਗਾ, ਪਰ ਸੈਂਟਰ ਹੈ। ਉਹ ਸਾਰਿਆਂ ਦੇ ਘਰਾਂ ਦੇ ਉੱਪਰ ਕੀ ਕਰ ਸਕਦਾ ਹੈ? ਸਾਰੇ ਘਰਾਂ ਦੇ ਉੱਪਰ ਕੀ ਕਰਦਾ? ਆਪਣੀ ਪਾਵਰ ਦਿਖਾ ਸਕਦਾ ਹੈ। ਚੀਜ਼ ਨੂੰ ਸਮਝੋ। ਦੇਖੋ ਮੈਂ ਵਾਰ-ਵਾਰ ਇੱਕ ਗੱਲ ਕਰ ਰਿਹਾ, ਜਿਹੜੀ ਕੇਂਦਰ ਸਰਕਾਰ ਹੈ ਤੇ ਰਾਜ ਸਰਕਾਰ ਹੈ, ਕੇਂਦਰ ਸਰਕਾਰ ਰਾਜਾਂ ਦੇ ਵਿੱਚ ਥੋੜ੍ਹੀ ਬਹੁਤ ਦਖਲ ਅੰਦਾਜ਼ੀ ਕਰ ਸਕਦੀ ਹੈ, ਪਰ ਰਾਜ ਸਰਕਾਰ ਦੂਜੀ ਰਾਜ ਸਰਕਾਰ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਕੇਂਦਰ ਸਰਕਾਰ ਕੁਝ ਚੀਜ਼ਾਂ ਦੇ ਉੱਪਰ ਦਖਲ ਅੰਦਾਜ਼ੀ ਕਰ ਸਕਦੀ, ਹਰ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਦੇਖੋ ਅਗਲੀ ਚੀਜ਼ ਦੇਖੋ, ਅਸੀਂ ਪਰ ਦੇਖਿਆ ਸੀ, ਅਸੀਂ ਭਾਰਤ ਦੇ ਵਿੱਚ ਕਿਹਦੇ ਬਾਰੇ ਸਟੱਡੀ ਕਰ ਰਹੇ ਸੀ? ਕੇਂਦਰ ਸਰਕਾਰ ਤੇ ਰਾਜ ਸਰਕਾਰ। ਕੱਲ੍ਹ ਅਸੀਂ ਦੇਖਿਆ ਸੀ, ਅਸੀਂ ਪੜ੍ਹ ਰਹੇ ਸੀ ਇੱਕ ਕੇਂਦਰ ਸਰਕਾਰ, ਇੱਕ ਹੀ ਪੜ੍ਹ ਰਹੇ ਸੀ ਰਾਜ ਸਰਕਾਰ। ਮੈਂ ਕਿਹਾ ਸੀ ਕੇਂਦਰ ਸਰਕਾਰ ਇੱਕ ਹੀ ਹੈ ਸਾਡੀ ਰਾਜ ਸਰਕਾਰ, ਤੇ ਰਾਜ ਸਰਕਾਰ ਇੱਕ ਹੀ ਹੈ ਸਾਡੀ ਕੇਂਦਰ ਸਰਕਾਰ ਹੀ ਰਾਜ ਸਰਕਾਰ ਹੈ, ਤੇ ਰਾਜ ਸਰਕਾਰ ਹੀ ਸਾਡੀ ਕੇਂਦਰ ਸਰਕਾਰ ਹੈ। ਬਸ ਜੇਕਰ ਅਸੀਂ ਇਹਨਾਂ ਵਿੱਚ ਮਾਮੂਲੀ ਜਿਹਾ ਫਰਕ ਵੇਖੀਏ ਤਾਂ ਸਿਰਫ ਕੀ ਫਰਕ ਹੈ? ਏਰੀਏ ਦਾ। ਇੱਕ ਬੰਦਾ ਪੂਰੇ ਦੇਸ਼ ਲੈਵਲ 'ਤੇ ਕੰਮ ਕਰ ਰਿਹਾ ਹੈ, ਇੱਕ ਬੰਦਾ ਸਟੇਟ ਲੈਵਲ 'ਤੇ ਕੰਮ ਕਰ ਰਿਹਾ। ਜੋ ਪਾਵਰ ਨਰਿੰਦਰ ਮੋਦੀ ਦੀ ਪੂਰੇ ਭਾਰਤ ਦੇ ਪ੍ਰਤੀ ਹੈ, ਉਹੀ ਪਾਵਰ ਭਗਵੰਤ ਮਾਨ ਦੀ ਪੰਜਾਬ ਦੇ ਪ੍ਰਤੀ ਹੈ। ਦੈਟਸ ਮੀਨ ਪੰਜਾਬ ਦਾ, ਵੈਸੇ ਤਾਂ ਭਗਵੰਤ ਮਾਨ ਸੀਐਮ ਹੈ, ਪਰ ਜੇ ਮੈਂ ਪੰਜਾਬ ਨੂੰ ਸਾਈਡ 'ਤੇ ਕਰ ਦੇਵਾਂ, ਭਗਵੰਤ ਮਾਨ ਜਿਹੜਾ ਸੀਐਮ ਹੈ ਉਹ ਪੰਜਾਬ ਦਾ ਪੀਐਮ ਬਣ ਜਾਏਗਾ, ਕਿਉਂਕਿ ਉਹ ਇੱਕ ਅਲੱਗ ਏਰੀਆ ਕਰ ਦਿੱਤਾ ਜਾਵੇ। ਤਾਂ ਇਹਦਾ ਮਤਲਬ ਸਾਡੇ ਕੋਲ ਜਿਹੜੀ ਕੇਂਦਰ ਸਰਕਾਰ ਹੈ ਨਰਿੰਦਰ ਮੋਦੀ ਦੀ ਹੈ, ਪਰ ਸਾਡੇ ਕੋਲ ਨਰਿੰਦਰ ਮੋਦੀ ਸਾਰਿਆਂ ਦੀ ਪ੍ਰੋਬਲਮ ਸੁਣ ਨਹੀਂ ਸਕਦਾ। ਨਰਿੰਦਰ ਮੋਦੀ ਸਾਰਿਆਂ ਦੀ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਦਾ ਧਿਆਨ ਨਹੀਂ ਰੱਖ ਸਕਦਾ। ਇਸ ਸਾਡੇ ਸੰਵਿਧਾਨ ਨੇ ਬੜਾ ਸੋਹਣਾ ਸਿਸਟਮ ਕੀਤਾ। ਉਹਨਾਂ ਨੇ ਕੀ ਕੀਤਾ? ਕੇਂਦਰ ਸਰਕਾਰ ਤੋਂ ਹੇਠਾਂ ਕੀ ਵੰਡਤੀ ਪਾਵਰ? ਰਾਜ ਸਰਕਾਰਾਂ ਵਿੱਚ। ਅਤੇ ਰਾਜ ਸਰਕਾਰ ਵਿੱਚ ਇੱਕ ਐਗਜ਼ਾਮਪਲ ਲੈ ਲਓ, ਰਾਜ ਦੀ ਪੰਜਾਬ, ਅਤੇ ਪੰਜਾਬ ਦੀ ਪਾਵਰ ਜਾਂ ਪੰਜਾਬ ਦਾ ਸੀਐਮ ਇਕੱਲਾ ਸਾਰੇ ਪੰਜਾਬ ਦੀ ਪ੍ਰੋਬਲਮ ਦੇਖ ਸਕਦਾ ਹੈ? ਨਹੀਂ। ਇਸ ਲਈ ਸਾਡੇ ਸੰਵਿਧਾਨ ਨੇ ਤੀਸਰਾ ਪੁਆਇੰਟ ਕੀ ਦੇ ਦਿੱਤਾ? ਸਥਾਨਕ ਸਰਕਾਰਾਂ। ਸਥਾਨਕ ਸਰਕਾਰਾਂ ਦਾ ਮਤਲਬ ਹੈ ਤੁਹਾਡੇ ਸਥਾਨ ਦੇ ਲੋਕ, ਤੁਹਾਡੇ ਜਿਹੜੇ ਪਿੰਡਾਂ ਦੇ ਲੋਕ, ਤੁਹਾਡੇ ਸ਼ਹਿਰਾਂ ਦੇ ਲੋਕ ਸਿਰਫ ਤੁਹਾਡੀਆਂ ਪ੍ਰੋਬਲਮਾਂ ਜਾਣ ਸਕਦੇ ਨੇ। ਪਿੰਡ ਦੀ ਪ੍ਰੋਬਲਮ ਪਿੰਡ ਦਾ ਸਰਪੰਚ ਹੀ ਜਾਣ ਸਕਦਾ ਹੈ, ਸ਼ਹਿਰ ਦੀ ਪ੍ਰੋਬਲਮ ਉੱਥੋਂ ਦਾ ਐਮਸੀ ਵਗੈਰਾ ਜੋ ਹੈ ਉਹੀ ਜਾਣ ਸਕਦਾ ਹੈ। ਪਰ ਹੋ ਸਕਦਾ ਕਿ ਹਰੇਕ ਪਿੰਡ ਦੀ ਜਾਣਕਾਰੀ ਸੀਐਮ ਕੋਲ ਹੋਵੇ? ਕੀ ਹਰੇਕ ਪਿੰਡ ਦੇ ਜਾਣਕਾਰੀ ਕੀ ਸਾਡੇ ਮੁੱਖ ਮੰਤਰੀ ਕੋਲ ਹੋ ਸਕਦੀ ਹੈ? ਨਹੀਂ। ਕੀ ਹਰੇਕ ਪਿੰਡ ਦੀ, ਪੂਰੇ ਭਾਰਤ ਦੇ ਪਿੰਡਾਂ ਦੀ ਜਾਣਕਾਰੀ ਸਾਡੇ ਪ੍ਰਧਾਨ ਮੰਤਰੀ ਕੋਲ ਹੋ ਸਕਦੀ ਹੈ? ਕਦੇ ਵੀ ਨਹੀਂ ਹੋ ਸਕਦੀ। ਇਸ ਲਈ ਸਾਡੇ ਸੰਵਿਧਾਨ ਨੇ ਕੀ ਕੀਤਾ? ਸਰਕਾਰ ਨੂੰ ਤਿੰਨ ਹਿੱਸੇ 'ਚ ਵੰਡਿਆ, ਕੇਂਦਰ ਸਰਕਾਰ, ਰਾਜ ਸਰਕਾਰ ਤੇ ਸਥਾਨਕ ਸਰਕਾਰ। ਕੱਲ੍ਹ ਅਸੀਂ ਇਹ ਗੱਲ ਕੀਤੀ, ਸਥਾਨਕ ਸਰਕਾਰ ਬਾਅਦ 'ਚ ਪੜ੍ਹਾਂਗੇ। ਕੀ ਪਹਿਲਾਂ ਪੜ੍ਹਨੀ? ਕੇਂਦਰ ਸਰਕਾਰ ਤੇ ਰਾਜ ਸਰਕਾਰ। ਮੈਂ ਕਿਹਾ ਸੀ ਕੇਂਦਰ ਸਰਕਾਰ ਹੀ ਰਾਜ ਸਰਕਾਰ ਹੈ, ਰਾਜ ਸਰਕਾਰ ਹੀ ਕੇਂਦਰ ਸਰਕਾਰ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਬਸ ਜੇ ਫਰਕ ਹੈ ਤਾਂ ਇੱਕ ਏਰੀਏ ਦਾ। ਇਸ ਲਈ ਆਪਾਂ ਗੱਲ ਕੀਤੀ ਸੀ
कि कल केंद्र सरकार दे किन्ने अंग ने, जे केंद्र सरकार ते राज सरकार विच फर्क नहीं हैगा, जे केंद्र सरकार दे 3 अंग ने तो राज सरकार दे किन्ने अंग होणगे। इन्नी गल क्लीयर हुई। केंद्र सरकार दे जे 3 अंग ने तो फिर राज सरकार दे भी 3 अंग ने। केंद्र सरकार दा पहला अंग नूं असीं की कहने आ, विधान पालिका। दूसरे अंग नूं की कहने आ, कार्यपालिका। जो साडा तीसरा अंग है उन्होंने असीं कहने आ न्यायपालिका। जे मैं कह रहा सी केंद्र सरकार दे 3 अंग ने, जे केंद्र सरकार ते राज सरकार विच 1 रुपये का भी फर्क नहीं, इहदा मतलब राज सरकार दे फिर किन्ने अंग होए। तो राज सरकार दे पहले अंग नूं असीं की कहने आ, विधान पालिका। दूसरे अंग नूं की कहने आ, कार्यपालिका। तीसरे अंग नूं की कहने आ, न्यायपालिका। इस गल नूं अंडरस्टैंड करते हैं। देखो मैं एक गल समझा के हटिया, किताबां 'च बहुत कहानियां पाइयां पे ने, विधान पालिका, कार्यपालिका, न्यायपालिका। मैं सीधी सीधी भाषा 'च गल क्लीयर करना चाहना। विधान पालिका का काम की कानून नूं बनाउणा। की काम है कानून नूं? विधान पालिका का काम की कानून नूं, कानून कौन बनाउंदा है? विधान पालिका। देखो इसलिए मैं गल कहना, विधान पालिका का काम की कानून नूं बनाउणा। असीं कल भी इस चीज़ की गल की, कानून नूं बनाउणा। ते साडे कोल जो कार्यपालिका का काम है, इहदा की कानून नूं लागू करना। न्यायपालिका का काम की न्याय करना, या फिर कह सकते हैं सजा। जे विधान पालिका का काम कानून बनाना है, फिर इस विधान पालिका का काम भी की होया, कानून बनाना। कार्यपालिका का काम की होया, कानून लागू करना। तो न्यायपालिका का काम की है, सजा देना। देखो गल नूं अंडरस्टैंड करते हैं। मैं गल कीती सीगी कि तुसीं भुल जो किताब 'च की लिखिया है, जो मर्जी कहानियां पाइयां हुई ने कि विधान पालिका ए जी, विधान पालिका ओ ए, विधान पालिका जो भी दिता है। तुसीं एक गल समझ लो, विधान पालिका का काम की कानून नूं बनाओ। देखो मैं एग्जाम्पल देने की कोशिश करदा, कल भी मैं दित्ती सी, दोबारा मैं एक बार चीज़ नूं समझाना। देखो एक्चुअल च विधान पालिका है की, मैं कहा सी कि साडी मन के चलो अकैडमी विच 10 टीचर ने, साडी अकैडमी विच 10 टीचर ने क्या सर अकैडमी नूं आपां ग्रो करना है, सो ये कुछ ना कुछ सानूं रूल रैगूलेशन बनाने पैणगे। एक तो कुछ चीज़ां तो मतलब कुछ दिनों तो कोई चीज़ां देख रहे हैं कि कुछ बच्चे डिसिपलिन च नहीं रह रहे। दूसरी गल ये चीज़ां सानूं देखण नूं मिल रही ने कि सारे बच्चे कुछ अमीर करांदे ने, कुछ गरीब करांदे ने, जिन्हां थोड़ा जिहा अमीरी ते गरीबी का मतभेद पैदा हो रहा है। कुछ चीज़ां सैट करिए। असीं 10 टीचरां ने की कीता, एक जगह ते इकट्ठे बैठे। उस 10 टीचरां दे विच्चों असीं जदों 10 टीचरां ने सलाह कीती, असीं सलाह ये कीती कि कल तो लैके अकैडमी विच नवीं चीज़ां लागू होणगीਆਂ। नवीं चीज़ां का मतलब पहली चीज़ असीं क्या की लागू होवेगा, आपां कहांगे कि सारे दे सारे जिहड़े स्टूडेंट ने वो कि समय ते स्कूल आउणगे। किदां आउणगे जी? समय सिर स्कूल, समय सिर स्कूल आउणा, जां आपां कहिए अकैडमी आउणगे। राइट। हुण देखो अकैडमी जां स्कूल जिस चीज़ के भी रूल बन रहे हैं, असीं कहंदे आ कि उत्थे की आना एट ए टाइम 10 टीचर अंदर बैठ के एक फैसला लै रहे हैं। ਉਹਦੇ ਉੱਪਰ ਸਾਰੇ ਟੀਚਰਾਂ ਨੇ ਆਪਣਾ ਆਪਣਾ ਡਿਸੀਜਨ ਦਿੱਤਾ। ਕੋਈ ਟੀਚਰ ਨੇ ਕਿਹਾ ਸਰ ਸਾਨੂੰ ਇਹ ਹੋਣਾ ਚਾਹੀਦਾ ਹੈ ਕਿ ਆਪਣੇ ਬੱਚੇ ਐਟ ਏ ਟਾਈਮ ਨਹੀਂ ਆਉਂਦੇ, ਤੇ ਇਸ ਲਈ ਆਪਾਂ ਬੱਚਿਆਂ ਦੇ ਰੂਲ ਬਣਾਈਏ ਕਿ ਟਾਈਮ 'ਤੇ ਆਓ। ਜੇਕਰ ਕੋਈ ਬੱਚਾ ਟਾਈਮ 'ਤੇ ਨਾ ਹੀ ਆਇਆ ਤਾਂ ਅਸੀਂ ਅਕੈਡਮੀ 'ਚ ਐਂਟਰ ਨਹੀਂ ਕਰਨ ਦੇਣਾ। ਕੁਛ ਟੀਚਰਾਂ ਨੇ ਇਸ ਹੱਕ 'ਚ ਫੈਸਲਾ ਸੁਣਾਇਆ ਸਰ ਦੇਖੋ ਕੁਝ ਬੱਚੇ ਨੇ ਜਿਹੜੇ ਉਹਨਾਂ ਦੀ ਕਈ ਮਜਬੂਰੀਆਂ ਨੇ, ਇਸ ਕਰਕੇ ਲੇਟ ਪਹੁੰਚਦੇ ਨੇ, ਸੋ ਆਪਾਂ ਨੂੰ ਉਹਨਾਂ ਵਾਸਤੇ ਥੋੜ੍ਹੀ ਵਸੂਲਤ ਦੇਣੀ ਪੈਣੀ। ਇਹਦਾ ਮਤਲਬ 10 ਟੀਚਰਾਂ ਵਿੱਚੋਂ 6 ਟੀਚਰਾਂ ਨੇ ਕਿਹਾ ਸਰ ਨਹੀਂ ਨਹੀਂ ਭਾਵੇਂ ਜੋ ਮਰਜ਼ੀ ਮਜਬੂਰੀ ਹੈ, टाइम ते आउण दा मतलब टाइम ते आउणा। 4 टीचर ने गल करी सर फिर भी देखो कई बच्चों की मजबूरियां ने, पर मेजोरिटी की कह रही है कि सर बच्चे समय सिर अकैडमी आउण। मजबूरियां कुछ नहीं होंदियां, हर बंदा मजबूरियां नाल लड़ सकता है। इसलिए आप डिसिपलिन बना के रखना है। सारे बच्चे की आउण टाइम ते। इहदा मतलब साडे जिहड़े 10 ने सलाह की उन्हां विच्चों जिहड़ी सब तो वध के गल क्लीयर हुई कि बच्चे की आउण करनगे टाइम ते। दूसरी असीं सलाह की कि सारे जिहड़े अकैडमी के बच्चे ने वो जो अपना साइकिल या मोटरसाइकिल की लाएंगे अपनी जगह ते, जिथे भी जगह बनाई है साइकिल स्टैंड बनाया है, मोटरसाइकिल जिथे लगाए जा रहे हैं उस स्टैंड ते खड़े करनगे। तीसरा असी पॉइंट ये किया कि हर बच्चा की पा के आएगा यूनीफॉर्म। देखो आ जो असी थोड़े बहुत रूल बना रहे अकैडमी के प्रति, ये जेडे असी 10 टीचर ने रूल बनाया, इस 10 टीचर नूं असीं की कहांगे विधान पालिका का मतलब कानून नूं जिन्हां ने कुछ रूल्स बनाए, जिन्हां ने अपनी अकैडमी प्रति, अपने पिंड के प्रति या जो संस्था चल रही है
ਉਸ ਦੇ ਪ੍ਰਤੀ ਜੋ ਰੂਲ ਬਣਾਏ ਤਾਂ ਜੋ ਉਹਦੇ ਵਿੱਚ ਕੋਈ ਚੀਜ਼ਾਂ ਦੀ ਸੌਖ ਹੋ ਜਾਵੇ, ਉਹ ਜਿਨ੍ਹਾਂ ਨੇ ਰੂਲ ਬਣਾਏ ਉਹਨਾਂ ਨੂੰ ਅਸੀਂ ਕੀ ਕਵਾਂਗੇ? ਵਿਧਾਨ ਪਾਲਿਕਾ। ਪਰ ਦੂਸਰਾ ਪੁਆਇੰਟ ਇਹਨਾਂ ਵਿੱਚੋਂ ਮੈਂ 4 ਟੀਚਰਾਂ ਦੀ ਡਿਊਟੀ ਲਗਾਤੀ ਕਿ ਤੁਸੀਂ ਇਹ ਗੱਲ ਪਹੁੰਚਾਓ ਬੱਚਿਆਂ ਤੱਕ। ਕੀ ਕਰੋ? ਤੁਸੀਂ ਗੱਲ ਪਹੁੰਚਾਓ ਬੱਚਿਆਂ ਤੱਕ ਕਿ ਜੇਕਰ ਜਿਹੜਾ ਬੱਚਾ ਅੱਜ ਤੋਂ ਬਾਅਦ ਇਹ ਕਾਨੂੰਨ ਲਾਗੂ ਨੇ, ਆਪਣੀ ਅਕੈਡਮੀ ਵਿੱਚ ਇਹ ਰੂਲ ਬਣ ਗਏ ਨੇ, ਇੱਕ ਤਾਂ ਸਾਰੇ ਬੱਚੇ ਐਟ ਏ ਟਾਈਮ ਆਉਣਗੇ। ਜੇਕਰ ਕੋਈ ਬੱਚਾ ਟਾਈਮ 'ਤੇ ਨਾ ਆਵੇਗਾ ਅਕੈਡਮੀ 'ਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਹਰ ਬੱਚਾ ਆਪਣਾ ਸਾਈਕਲ ਜਾਂ ਮੋਟਰਸਾਈਕਲ ਆਪਣੀ ਜਗ੍ਹਾ 'ਤੇ ਲਗਾਵੇਗਾ। ਜੇਕਰ ਕਿਸੇ ਬੱਚੇ ਨੇ ਮੋਟਰਸਾਈਕਲ ਜਾਂ ਸਾਈਕਲ ਦੀ ਜਗ੍ਹਾ 'ਤੇ ਨਾ ਲਗਾਇਆ, ਅਸੀਂ ਬਾਹਰ ਕੱਢ ਦੇਣਾ। ਪਿੱਛੇ ਪੱਲੇ ਕੋਈ ਪੈਂਚਰ ਹੋਵੇ ਤੇ ਭਾਵੇਂ ਜੋ ਮਰਜ਼ੀ ਹੋਵੇ, ਅਸੀਂ ਇੱਦਾਂ ਕਰਨਾ ਹੈ। ਤੀਸਰਾ ਪੁਆਇੰਟ ਕੀ ਆਇਆ ਕਿ ਜੇਕਰ ਕੋਈ ਬੱਚਾ ਯੂਨੀਫਾਰਮ ਵਿੱਚ ਨਾ ਆਏਗਾ ਤਾਂ ਅਸੀਂ ਉਸ ਬੱਚੇ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ। ਇਹ ਗੱਲ ਸਾਰਿਆਂ ਨੂੰ ਆ ਕੇ ਸਾਰਿਆਂ 'ਤੇ ਲਾਗੂ ਕਿਹਨਾਂ ਕਰਵਾਈ? ਉਹਨਾਂ 4 ਟੀਚਰਾਂ ਨੇ। ਕਿਹਨਾਂ ਕਰਵਾਈ? ਜਿਨ੍ਹਾਂ ਨੇ ਲਾਗੂ ਕਰਵਾਈ। ਦੈਟਸ ਕਾਲਡ ਕਾਰਜਪਾਲਿਕਾ। ਕੀ ਕਹਿੰਦੇ ਆ? ਇਹਦਾ ਮਤਲਬ ਵਿਧਾਨ ਪਾਲਿਕਾ ਦੇ ਵਿੱਚੋਂ ਹੀ ਕਾਰਜਪਾਲਿਕਾ ਨਿਕਲ ਕੇ ਆਈ ਕਿ ਨਹੀਂ ਆਈ? 10 ਦੇ ਵਿੱਚੋਂ ਹੀ 4 ਟੀਚਰਾਂ ਦੀ ਡਿਊਟੀ ਲੱਗੀ ਕਿ ਨਹੀਂ ਲੱਗੀ? ਜੇ 10 ਟੀਚਰਾਂ ਦੇ ਵਿੱਚੋਂ ਹੀ ਜਿਹੜੇ 4 ਟੀਚਰਾਂ ਨੇ ਲੋਕਾਂ ਤੱਕ ਜਾਂ ਮੈਂ ਕਹਿੰਦਾ ਸਟੂਡੈਂਟਸ ਤੱਕ ਇਹ ਗੱਲ ਪਹੁੰਚਾਈ, ਦੱਸਿਆ ਕਿ ਅਸੀਂ ਇਹ ਕਾਨੂੰਨ ਬਣਾਇਆ, ਅੱਜ ਤੋਂ ਬਾਅਦ ਤੁਸੀਂ ਇਹਨਾਂ ਦੇ ਉੱਪਰ ਚੱਲੋਗੇ। ਉਹ ਜਿਹੜੇ 10 ਦੇ ਵਿੱਚੋਂ 4 ਨਿਕਲ ਕੇ ਆਏ, ਉਹ 10 ਦਾ ਹੀ ਹਿੱਸਾ ਸੀ, ਉਹਨੂੰ ਅਸੀਂ ਕੀ ਕਹਾਂਗੇ? ਕਾਰਜ। ਤੇ ਦੇਖੋ ਉਹਨੂੰ ਕਹਾਂਗੇ ਕਾਰਜਪਾਲਿਕਾ। ਜੇਕਰ ਤੀਸਰਾ ਹਿੱਸਾ ਕੀ ਹੈ? ਨਿਆਂਪਾਲਿਕਾ। ਜੇਕਰ ਕੋਈ ਬੱਚਾ ਫੋਰ ਐਗਜ਼ਾਮਪਲ ਕੋਈ ਟਾਈਮ 'ਤੇ ਨਹੀਂ ਆਉਂਦਾ, ਜਾਂ ਫਿਰ ਕੋਈ ਬੱਚਾ ਜਿਹੜਾ ਸਾਈਕਲ ਜਾਂ ਮੋਟਰਸਾਈਕਲ ਨੂੰ ਸਟੈਂਡ ਵਿੱਚ ਨਹੀਂ ਲਗਾਉਂਦਾ, ਜਾਂ ਕੋਈ ਬੱਚਾ ਯੂਨੀਫਾਰਮ ਨਹੀਂ ਪਾ ਕੇ ਆਉਂਦਾ, ਇਹਦਾ ਮਤਲਬ ਉਹਨਾਂ ਰੂਲ ਨੂੰ ਤੋੜਿਆ ਹੈ। ਰੂਲ ਨੂੰ ਤੋੜਿਆ ਤੇ ਉਹਨੂੰ ਸਜ਼ਾ ਦੇਣ ਦੇ ਲਈ ਇੱਕ ਸਾਡੀ ਜਿਹੜੀ ਅਲੱਗ ਟੀਮ ਹੋਵੇਗੀ, ਉਹ ਉਹਨੂੰ ਕੀ ਕਰੇਗੀ? ਸਜ਼ਾ ਦੇਵੇਗੀ। ਮਤਲਬ ਜਾਂ ਤੁਹਾਨੂੰ ਅਕੈਡਮੀ 'ਚ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ। ਜੇ ਕਿਸੇ ਨੇ ਯੂਨੀਫਾਰਮ ਨਹੀਂ ਪਾ ਕੇ ਆਇਆ, ਉਹਨੂੰ ਅਕੈਡਮੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਜਦੋਂ ਤੱਕ ਤੇਰੀ ਯੂਨੀਫਾਰਮ ਆਪਣੀ ਪਾ ਕੇ ਨਹੀਂ ਆਉਂਦਾ, ਉਦੋਂ ਤੱਕ ਤੁਸੀਂ ਅਕੈਡਮੀ 'ਚ ਐਂਟਰ ਨਹੀਂ ਕਰ ਸਕਦੇ। ਦੈਟਸ ਮੀਨ ਜਿਹੜੇ ਉਹਨਾਂ ਨੂੰ ਜਿਹੜੇ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਨੇ, ਉਹਨਾਂ ਨੂੰ ਸਜ਼ਾ ਦੇਣ ਵਾਸਤੇ ਜਿਹੜੀ ਟੀਮ ਬੈਠੀ ਹੈ ਜਾਂ ਜਿਹੜੀ ਟੀਮ ਸਜ਼ਾ ਦੇ ਰਹੀ ਹੈ, ਉਹਨਾਂ ਨੂੰ ਅਸੀਂ ਕੀ ਕਹਾਂਗੇ? ਨਿਆਂ। ਇਹ ਗੱਲ ਕਲੀਅਰ ਕੀਤੀ ਸੀਗੀ ਆਪਾਂ। ਇਹ ਚੀਜ਼ਾਂ ਨੂੰ ਸਮਝੋ। ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਐਕਚੁਅਲ ਦੇ ਵਿੱਚ ਕੁਛ ਨਹੀਂ ਹੈਗਾ। ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਕੀ ਹੈ? ਜਿਹੜੇ ਕਾਨੂੰਨ ਬਣਾਉਣਗੇ ਉਹਨੂੰ ਅਸੀਂ ਕਹਾਂਗੇ ਵਿਧਾਨ ਪਾਲਿਕਾ, ਜਿਹੜੇ ਕਾਨੂੰਨ ਲਾਗੂ ਕਰਨਗੇ ਉਹਨੂੰ ਕਹਾਂਗੇ ਕਾਰਜਪਾਲਿਕਾ, ਤੇ ਜਿਹੜੇ ਲੋਕਾਂ ਨੂੰ ਕਾਨੂੰਨ ਨਾ ਮੰਨਣ 'ਤੇ ਸਜ਼ਾ ਦੇਣਗੇ ਦੈਟਸ ਕਾਲਡ ਨਿਆਂਪਾਲਿਕਾ। ਦੇਖੋ ਮੈਂ ਦੁਬਾਰਾ ਚੀਜ਼ ਨੂੰ ਦੇਖਦਾ। ਮੈਂ ਕੱਲ੍ਹ ਇੱਕ ਗੱਲ ਕਹੀ ਸੀ, ਵਿਧਾਨ ਪਾਲਿਕਾ ਜੋ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਵਿਧਾਨ ਪਾਲਿਕਾ ਕਿੰਨੇ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ? 3 ਤੋਂ। ਕਿੰਨਿਆਂ ਤੋਂ? ਜੇ ਵਿਧਾਨ ਪਾਲਿਕਾ 3 ਚੀਜ਼ਾਂ ਤੋਂ ਮਿਲ ਕੇ ਬਣਦੀ ਤੇ ਫਿਰ ਇਹ ਵੀ ਵਿਧਾਨ ਪਾਲਿਕਾ ਕਿੰਨੇ ਚੀਜ਼ਾਂ ਤੋਂ ਮਿਲ ਕੇ ਬਣੇਗੀ? 3 ਤੋਂ। ਦੇਖੋ ਗੱਲ ਨੂੰ ਸਮਝੋ। ਲਓ ਜੀ, ਵਿਧਾਨ ਪਾਲਿਕਾ ਕਿਹੜੇ 3 ਚੀਜ਼ਾਂ ਤੋਂ ਮਿਲ ਕੇ ਬਣਦੀ? ਇੱਕ ਨੂੰ ਕਹਿੰਦੇ ਆ ਰਾਜ ਸਭਾ, ਪਹਿਲੇ ਪੁਆਇੰਟ ਨੂੰ ਕਹਿੰਦੇ ਆ ਰਾਜ ਸਭਾ, ਦੂਸਰੇ ਨੂੰ ਕਹਿੰਦੇ ਆ ਲੋਕ ਸਭਾ, ਤੀਸਰੇ ਨੂੰ ਕਹਿੰਦੇ ਆ ਰਾਸ਼ਟਰਪਤੀ। ਲਓ ਜੀ, ਜੇ ਮੈਂ ਇਹ ਗੱਲ ਕਹਿੰਦਾ ਕਿ ਰਾਜ ਸਭਾ ਲੋਕ ਸਭਾ ਦਾ ਮਤਲਬ 1% ਨਹੀਂ, ਰਾਜ ਸਭਾ ਦਾ ਮਤਲਬ ਲਗਭਗ 245 ਪਰਸਨਾਂ ਤੋਂ ਮਿਲ ਕੇ ਕੀ ਬਣਦੀ? ਰਾਜ ਸਭਾ ਦਾ ਮੀਨਿੰਗ ਕੀ ਹੈ? ਜਿੱਥੇ 1 ਜਾਂ 2 ਤੋਂ ਵੱਧ ਪਰਸਨ ਜਿਸ ਜਗ੍ਹਾ 'ਤੇ ਇਕੱਠੇ ਹੋਣਗੇ ਉਹਨੂੰ ਕੀ ਕਹਾਂਗੇ? ਸਭਾ। ਆਪਾਂ ਕਹਿੰਦੇ 4 ਬੰਦਿਆਂ ਦੇ ਬੈਠਣ ਨੂੰ ਕੀ ਕਹਿੰਦੇ ਅਸੀਂ? ਸਭਾ। ਸਭਾ ਦਾ ਮਤਲਬ ਹੈ ਘੱਟੋ ਘੱਟ ਕਿੰਨੇ ਪਰਸਨ ਹੋਣ? 4। ਇਹਦਾ ਮਤਲਬ ਕੀ ਹੈ? ਅੰਡਰਸਟੈਂਡ ਕਰੋ। ਜੇ ਸਭਾ ਸ਼ਬਦ ਲੱਗੇ ਇਹਦੇ ਵਿੱਚ 1% ਤਾਂ ਹੋ ਨਹੀਂ ਸਕਦਾ। ਇਹ ਵਿੱਚ ਬਹੁਤ ਸਾਰੇ ਪਰਸਨ ਨੇ। ਮੈਂ ਦੱਸ ਰਿਹਾ ਕਿੰਨੇ ਪਰਸਨ? ਲਗਭਗ 200। ਲੋਕ ਸਭਾ ਫਿਰ ਸਭਾ ਸ਼ਬਦ ਹੈ, ਇਹਦੇ ਵਿੱਚ ਲਗਭਗ ਕਿੰਨੇ ਮੈਂਬਰ ਬਣੇ? 500। ਇਹਦਾ ਮਤਲਬ 245 ਆ ਤੇ 545 ਆ ਤੇ ਇੱਕ ਇਕੱਲਾ ਰਾਸ਼ਟਰਪਤੀ। ਇੰਨੇ ਸਾਰੇ ਮੈਂਬਰਾਂ ਨੂੰ ਮਿਲ ਕੇ ਕੀ ਕਹਿੰਦੇ? ਵਿਧਾਨ। ਇਹਨਾਂ ਸਾਰਿਆਂ ਤੋਂ ਮਿਲ ਕੇ ਕੀ ਬਣਦੀ? ਵਿਧਾਨ। ਤੇ ਜਦੋਂ ਮੈਂ ਇਹ ਗੱਲ ਕਹਿ ਰਿਹਾ, ਇਹਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਬੈਠਿਆ ਹੈ, ਵਿੱਚ ਹੀ ਰਾਸ਼ਟਰਪਤੀ ਬੈਠਿਆ ਹੈ, ਇਹਨਾਂ ਦੇ ਵਿੱਚ ਹੀ ਸਾਡੇ ਕੋਲ ਕੀ ਬੈਠੀ? ਮੰਤਰੀ ਪ੍ਰੀਸ਼ਦ ਬੈਠੀ ਹੈ। ਮਿਨਿਸਟਰ ਜਿਹੜੇ ਹੁੰਦੇ ਨੇ, ਮੰਤਰੀ ਮੰਡਲ ਹੁੰਦਾ ਹੈ, ਸਾਰੇ ਕਿਹਦੇ ਵਿੱਚ ਬੈਠੇ ਨੇ? ਵਿਧਾਨ ਪਾਲਿਕਾ। ਜਦੋਂ ਉਹਨਾਂ ਵਿੱਚੋਂ ਮੈਂ ਇੱਕ ਟੀਮ ਬਾਹਰ ਕੱਢ ਲਵਾਂ, ਪਹਿਲੀ ਟੀਮ ਬੰਦੇ ਨੇ ਕਿਹਨੂੰ ਬਾਹਰ ਕੱਢਿਆ? ਪ੍ਰਧਾਨ ਮੰਤਰੀ ਨੂੰ। ਕਿਹਨੂੰ ਬਾਹਰ ਕੱਢ ਲਵਾਂ? ਜੇਕਰ ਇਹਨਾਂ ਵਿੱਚੋਂ ਪ੍ਰਧਾਨ ਮੰਤਰੀ ਨੂੰ ਬਾਹਰ ਕੱਢ ਲਵਾਂ, ਦੂਸਰਾ ਹਿੱਸਾ ਰਾਸ਼ਟਰਪਤੀ ਨੂੰ ਬਾਹਰ ਕੱਢ ਲਵਾਂ, ਜੇਕਰ ਤੀਸਰਾ ਹਿੱਸਾ ਮੰਤਰੀ ਪ੍ਰੀਸ਼ਦ ਨੂੰ ਬਾਹਰ ਕੱਢ ਲਵਾਂ, ਕੀ ਕੱਢ ਲਵਾਂ? ਮੰਤਰੀ ਪ੍ਰੀਸ਼ਦ ਨੂੰ ਬਾਹਰ ਕੱਢ ਲਵਾਂ, ਚੌਥਾ ਹਿੱਸਾ ਮਹਾ ਨਿਆਂਵਾਦੀ ਨੂੰ ਬਾਹਰ ਕੱਢ ਲਵਾਂ। ਇਹਨਾਂ ਜਿਹੜੇ 4 ਚੀਜ਼ਾਂ ਨੂੰ ਬਾਹਰ ਕੱਢ ਲਿਆ, ਜਦੋਂ ਇਹੀ ਆਦਿਆ ਵਿੱਚ ਕੀ ਬਣ ਗਈ? ਕਾਰਜ।
ਇਹ ਉਦੋਂ ਤੱਕ ਵਿਧਾਨ ਪਾਲਿਕਾ ਦਾ ਹਿੱਸਾ ਸੀ ਜਦੋਂ ਇੱਕ ਟੀਮ ਅਲੱਗ ਤਿਆਰ ਨਹੀਂ ਹੋਈ। ਜਦੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ ਪ੍ਰੀਸ਼ਦ ਤੇ ਮਹਾਨਿਆਂਵਾਦੀ ਇਹ ਇੱਕ ਟੀਮ ਸਾਈਡ ਤੇ ਇਹਨਾਂ ਦੀ ਬਣ ਗਈ, ਉਸ ਟੀਮ ਨੂੰ ਕਵਾਂਗੇ ਜਿਹੜੇ ਕਾਨੂੰਨ ਲੋਕਾਂ 'ਤੇ ਕੀ ਕਰ ਰਹੇ ਨੇ, ਲਾਗੂ ਕਰ ਰਹੇ ਨੇ। ਇਹਨਾਂ ਨੂੰ ਫਿਰ ਅਸੀਂ ਕਿਹੜੀ ਕਵਾਂਗੇ, ਕਾਰਜ ਪਾਲਿਕਾ। ਨਿਆਂ ਪਾਲਿਕਾ ਦਾ ਕੰਮ ਕੀ, ਸਾਡੇ ਕੋਲ ਸਜ਼ਾ ਦੇਣਾ, ਇਹਨੂੰ ਕੀ ਕਵਾਂਗੇ, ਸੁਪਰੀਮ ਕੋਰਟ ਦਾ ਕੰਮ ਕੀ ਹੈ, ਨਿਆਂ ਕਰਨਾ। ਦੇਖੋ ਮੈਂ ਇੱਕ ਗੱਲ ਕਰੀਏ, ਕੇਂਦਰ ਸਰਕਾਰ ਤੇ ਰਾਜ ਸਰਕਾਰ ਵਿੱਚ ਬਿਲਕੁਲ ਵੀ ਫਰਕ। ਕੇਂਦਰ ਸਰਕਾਰ ਕੀ ਹੈ, ਰਾਜ ਸਰਕਾਰ ਕੀ ਹੈ, ਕੇਂਦਰ। ਦੇਖੋ ਗੱਲ ਨੂੰ ਸਮਝੋ, ਕੇਂਦਰ ਸਰਕਾਰ ਕੀ ਹੈ, ਰਾਜ ਸਰਕਾਰ ਕੀ ਹੈ, ਕੇਂਦਰ ਸਰਕਾਰ। ਜੇਕਰ ਮੈਂ ਗੱਲ ਕਰਾਂ, ਜੇਕਰ ਵਿਧਾਨ ਪਾਲਿਕਾ ਦੇ 3 ਅੰਗ ਨੇ ਤੇ ਚਾਹੇ ਕੇਂਦਰ ਸਰਕਾਰ ਦੀ ਵਿਧਾਨ ਪਾਲਿਕਾ ਹੈ ਤੇ ਚਾਹੇ ਰਾਜ ਸਰਕਾਰ ਦੀ ਵਿਧਾਨ ਪਾਲਿਕਾ ਹੈ, ਜਦੋਂ ਵਿਧਾਨ ਪਾਲਿਕਾ ਦੇ 3 ਅੰਗ ਨੇ ਤੇ ਫਿਰ ਸਟੇਟ ਦੀ ਵਿਧਾਨ ਪਾਲਿਕਾ ਦੇ ਕਿੰਨੇ ਅੰਗ ਹੋਏ। ਪਹਿਲੇ ਅੰਗ ਨੂੰ ਕੀ ਕਹਿੰਦੇ ਆ, ਰਾਜ ਸਭਾ। ਕੀ ਕਹਿੰਦੇ ਆ, ਰਾਜ ਸਭਾ। ਦੂਸਰੇ ਅੰਗ ਨੂੰ ਕੀ ਕਹਿੰਦੇ ਆ, ਲੋਕ ਸਭਾ। ਕੀ ਕਹਿੰਦੇ ਆ, ਤੀਸਰੇ ਅੰਗ ਨੂੰ ਕੀ ਕਹਿੰਦੇ ਆ। ਦੇਖੋ ਗੱਲ ਨੂੰ ਸਮਝਿਓ, ਜੇਕਰ ਮੈਂ ਕਹਿੰਦਾ ਪਿਆ ਕੇਂਦਰ ਸਰਕਾਰ ਤੇ ਰਾਜ ਸਰਕਾਰ ਵਿੱਚ ਬਿਲਕੁਲ ਵੀ ਫਰਕ ਨਹੀਂ ਗਾ, ਡਿਕਟੋ ਕਾਪੀਜ਼ ਨੇ। ਜੋ ਸੈਂਟਰ ਵਿੱਚ ਕੇਂਦਰ ਸਰਕਾਰ ਕਰੇਗੀ ਉਹੀ ਸਟੇਟ ਵਿੱਚ ਕੌਣ ਕਰੇਗੀ, ਰਾਜ ਸਰਕਾਰ। ਇਹ ਗੱਲ ਅੰਡਰਸਟੈਂਡ ਹੋ ਰਹੀ ਹੈ। ਤੇ ਇਸ ਲਈ ਜੇਕਰ ਕੇਂਦਰ ਦੀ ਵਿਧਾਨ ਪਾਲਿਕਾ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਤੋਂ ਮਿਲ ਕੇ ਬਣਦੀ ਹੈ, ਦੈਟਸ ਮੀਨ ਸਟੇਟ ਦੀ ਵਿਧਾਨ ਪਾਲਿਕਾ ਵੀ 3 ਚੀਜ਼ਾਂ ਤੋਂ ਫਿਰ ਮਿਲਦੀ ਹੋਵੇਗੀ, ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ। ਬਸ ਗੱਲ ਕੀ ਹੈ, ਇੱਥੇ 2 ਬੰਦੇ ਸੇਮ ਨਾ ਹੋ ਜਾਣ, ਸਿਸਟਮ ਤਾਂ ਸੇਮ ਹੀ ਹੈ। ਦੇਖੋ ਸਿਸਟਮ ਸੇਮ ਹੀ ਹੈ, ਮੈਂ ਗੱਲ ਕਰ ਰਿਹਾ ਵਾਰੀ ਵਾਰੀ, ਸਿਸਟਮ ਸੇਮ ਹੀ ਹੈ। ਜੋ ਰਾਜ ਸਭਾ ਹੈ, ਰਾਜ ਸਭਾ ਦਾ ਨਾਮ ਸਟੇਟ ਵਿੱਚ ਬਦਲ ਕੇ ਇਹਨੂੰ ਕੀ ਕਹਿ ਦਾਂਗੇ, ਵਿਧਾਨ ਪ੍ਰੀਸ਼ਦ। ਰਾਜ ਸਭਾ ਕੀ ਬਣ ਜਾਏਗੀ, ਵਿਧਾਨ। ਲੋਕ ਸਭਾ ਦਾ ਨਾਮ ਬਦਲ ਕੇ ਕੀ ਬਣ ਜਾਏਗਾ, ਵਿਧਾਨ ਸਭਾ। ਰਾਸ਼ਟਰਪਤੀ ਦਾ ਨਾਮ ਸਟੇਟ 'ਚ ਬਦਲ ਕੇ ਇਹਨੂੰ ਕੀ ਕਵਾਂਗੇ। ਮਤਲਬ ਪਰਸਨ ਤਾਂ ਅਲੱਗ ਅਲੱਗ ਹੀ ਹੋਣਗੇ, ਬਸ ਫਰਕ ਕੀ, ਕੰਮ ਸੇਮ ਹੋਵੇਗਾ। ਜੋ ਇੱਕ ਬੰਦਾ ਸੈਂਟਰ 'ਚ ਕੰਮ ਕਰੇਗਾ ਉਸ ਤਰ੍ਹਾਂ ਦਾ ਪਰਸਨ ਉਹਦੇ ਨਾਲ ਮਿਲਦਾ ਜੁਲਦਾ ਸਟੇਟ ਵਿੱਚ ਕੰਮ ਕਰੇਗਾ। ਦੇਖੋ ਜਿਵੇਂ ਅੰਡਰਸਟੈਂਡ ਕਰਿਓ, ਜੇ ਮੈਂ ਕਹਿੰਦਾ ਕਾਰਜਪਾਲਿਕਾ ਹੈ, ਕਾਰਜਪਾਲਿਕਾ ਦਾ ਪਹਿਲਾ ਹੈੱਡ ਕੌਣ ਹੈ, ਕਿ ਸਟੇਟ ਦਾ ਵੀ ਹੈੱਡ ਪਹਿਲਾਂ ਕੌਣ ਹੋਵੇਗਾ, ਪ੍ਰਧਾਨ ਮੰਤਰੀ। ਕੌਣ ਹੋਵੇਗਾ, ਪਰ ਉਹਨੂੰ ਅਸੀਂ ਸਟੇਟ ਵਿੱਚ ਹੀ ਪ੍ਰਧਾਨ ਮੰਤਰੀ ਕਹਿ ਤਾ, ਉੱਪਰ ਹੀ ਪ੍ਰਧਾਨ ਮੰਤਰੀ ਕਹਿ ਰਿਹਾ, ਪਤਾ ਕਿਹੜਾ ਲੱਗੇ ਪ੍ਰਧਾਨ ਮੰਤਰੀ ਕਿਹੜਾ ਹੈ, ਇਸ ਲਈ ਇਹਦਾ ਨਾਮ ਬਲ ਕਹਿਤਾ ਮੁੱਖ ਮੰਤਰੀ। ਕੀ ਕਹਿਤਾ, ਪ੍ਰਧਾਨ ਮੰਤਰੀ ਸਟੇਟ ਲੈਵਲ ਤੇ ਕੀ ਕੌਣ ਲੱਗ ਜਾਏਗਾ, ਮੁੱਖ ਮੰਤਰੀ ਕੌਣ ਕੀ ਲੱਗ ਜਾਏਗਾ, ਰਾਸ਼ਟਰਪਤੀ ਦਾ ਜੋ ਕੰਮ ਹੈ ਸਟੇਟ ਲੈਵਲ ਤੇ ਉਸ ਤਰ੍ਹਾਂ ਦਾ ਵਿਅਕਤੀ ਜਿਹੜਾ ਕੰਮ ਕਰੇਗਾ, ਜਿਹੜਾ ਨਾਂ ਦਾ ਮੁਖੀ ਹੋਵੇਗਾ, ਉਹ ਵੀ ਫਿਰ ਕੌਣ ਹੋਣਾ ਚਾਹੀਦਾ, ਰਾਸ਼ਟਰਪਤੀ। ਪਰ ਸਟੇਟ ਵਿੱਚ ਰਾਸ਼ਟਰਪਤੀ ਕਵਾਂਗੇ, ਸੈਂਟਰ 'ਚ ਵੀ ਰਾਸ਼ਟਰਪਤੀ ਕਵਾਂਗੇ, ਗੱਲ ਨੂੰ ਅੰਡਰਸਟੈਂਡ ਨਹੀਂ ਕਰ ਪਾਣਾ। ਇਸ ਲਈ ਰਾਸ਼ਟਰਪਤੀ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ, ਇਹਦਾ ਮਤਲਬ ਦੂਸਰਾ ਹਿੱਸਾ ਕੀ ਆ ਗਿਆ ਸਾਡੇ ਕੋਲ, ਰਾਜ। ਤੇ ਜੇ ਸਾਡੇ ਕੋਲ ਕੇਂਦਰ ਦੀ ਮੰਤਰੀ ਪ੍ਰੀਸ਼ਦ ਹੈ ਤੇ ਫਿਰ ਇਹ ਵੀ ਸਾਡੇ ਕੋਲ ਰਾਜ ਦੀ ਕੀ ਬਣ ਗਈ, ਮੰਤਰੀ। ਤੇ ਮੈਂ ਚੌਥਾ ਕੰਪੋਨੈਂਟ ਦੀ ਗੱਲ ਕਰਦਾ, ਕਾਰਜਪਾਲਿਕਾ ਚੌਥਾ ਹਿੱਸਾ ਕਿਹੜਾ, ਮਹਾਨਿਆਂਵਾਦੀ। ਮਹਾਨਿਆਂਵਾਦੀ ਦਾ ਕੰਮ ਕੀ, ਕਾਨੂੰਨ ਦੀ ਸਲਾਹ ਦੇਣਾ, ਕਾਨੂੰਨ ਦਾ ਸਲਾਹਕਾਰ ਕਹਿੰਦੇ ਆ। ਪਰ ਜੇਕਰ ਕਾਨੂੰਨ ਦੀ ਸਲਾਹ ਸੈਂਟਰ ਲੈਵਲ 'ਤੇ ਕਰਦਾ ਹੈ, ਫਿਰ ਸਟੇਟ ਲੈਵਲ 'ਤੇ ਵੀ ਤਾਂ ਕੋਈ ਕਰਦਾ ਹੀ ਹੋਣਾ ਹੈ। ਜੇ ਸਟੇਟ ਲੈਵਲ 'ਤੇ ਕੋਈ ਕਾਨੂੰਨ ਕਰਦਾ ਹੈ ਤੇ ਜੇ ਸੈਂਟਰ ਲੈਵਲ 'ਤੇ ਉਹਦਾ ਨਾਂ ਅਸੀਂ ਮਹਾਨਿਆਂਵਾਦੀ ਰੱਖਾ ਹੈ, ਸਟੇਟ ਲੈਵਲ 'ਤੇ ਵੀ ਅਸੀਂ ਉਹਨੂੰ ਮਹਾਨਿਆਂਵਾਦੀ ਕਹਿੰਦੇ ਹਾਂ, ਤੇ ਫਿਰ ਤਾਂ ਦੋਵਾਂ ਦੇ ਵਿੱਚ ਸਾਨੂੰ ਸਮਝਣ 'ਚ ਦਿੱਕਤ ਆਏਗੀ, ਸਟੇਟ ਦਾ ਮਹਾਨਿਆਂਵਾਦੀ ਕਿ ਸੈਂਟਰ ਦਾ। ਇਸ ਲਈ ਇਸ ਮਹਾਨਿਆਂਵਾਦੀ ਦਾ ਨਾਮ ਬਦਲ ਕੇ ਕੀ ਕਰ ਦਿੱਤਾ, ਮਹਾਅਧਿਵਕਤਾ। ਇਹਦਾ ਮਤਲਬ ਚੌਥਾ ਕੰਪੋਨੈਂਟ ਮਹਾਅਧਿਵਕਤਾ। ਤੇ ਜਿਹੜਾ ਸਾਡੇ ਕੋਲ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਦਾ ਜੋ ਕੰਮ ਹੈ ਸੈਂਟਰ ਲੈਵਲ 'ਤੇ ਉਹੀ ਸਟੇਟ ਲੈਵਲ 'ਤੇ ਵੀ ਕੋਈ ਕੰਮ ਕਰੇਗਾ, ਉਹ ਸੈਂਟਰ ਲੈਵਲ 'ਤੇ ਜਿਹੜਾ ਸੁਪਰੀਮ ਕੋਰਟ ਹੈ ਉਹਦਾ ਹੀ ਨਾਮ ਸਟੇਟ ਲੈਵਲ 'ਤੇ ਕੰਮ ਸੇਮ ਹੈ, ਨਾਮ ਬਲਕਿ ਕਰ ਦਾਂਗੇ ਹਾਈ ਕੋਰਟ। ਇਹਦਾ ਮਤਲਬ ਆਹ ਸਾਡੀ ਸਟਰਕਚਰ ਹੈ ਪਿਆਰੀ ਜੀ, ਇਹ ਸਟਰਕਚਰ ਨਹੀਂ ਤਾਂ ਸਮਝਣਾ। ਦੇਖੋ ਫਿਰ ਮੈਂ ਵਾਰ-ਵਾਰ ਗੱਲ ਕਰ ਰਿਹਾ, ਸਾਡੀ ਰਾਜ ਸਭਾ ਹੈ ਜੋ ਸੈਂਟਰ ਵਿੱਚ ਜੋ ਰਾਜ ਸਭਾ ਕੰਮ ਕਰੇਗੀ ਉਹੀ ਸਟੇਟ ਵਿੱਚ ਸਾਡਾ ਕੌਣ ਕੰਮ ਕਰੇਗਾ, ਵਿਧਾਨ ਪ੍ਰੀਸ਼ਦ। ਦੇਖੋ ਰਾਜ ਸਭਾ ਹੀ ਸਾਡੀ ਕੀ ਹੈ, ਵਿਧਾਨ ਪ੍ਰੀਸ਼ਦ। ਰਾਜ ਸਭਾ ਸਾਡੇ ਕੀ ਹੈ, ਕਿਉਂਕਿ ਜੋ ਕੰਮ ਰਾਜ ਸਭਾ ਸੈਂਟਰ ਵਿੱਚ ਕਰੇਗੀ ਨਾ ਉਹੀ ਕੰਮ ਸਟੇਟ ਵਿੱਚ ਵਿਧਾਨ ਪ੍ਰੀਸ਼ਦ ਕਰੇਗੀ। ਇਹ ਗੱਲ ਪੱਲੇ ਬੰਨ ਲਓ, ਜੋ ਕੰਮ ਸੈਂਟਰ ਵਿੱਚ ਲੋਕ ਸਭਾ ਕਰੇਗੀ ਉਹੀ ਕੰਮ ਸਾਡੇ ਕੋਲ ਸਟੇਟ ਵਿੱਚ ਕੀ ਕਰੇਗੀ, ਵਿਧਾਨ ਸਭਾ। ਜੋ ਕੰਮ ਸੈਂਟਰ ਵਿੱਚ ਰਾਸ਼ਟਰਪਤੀ ਕਰੇਗਾ
ਉਹੀ ਕੰਮ ਸਟੇਟ ਵਿੱਚ ਸਾਡਾ ਕੌਣ ਕਰੇਗਾ? ਰਾਜ, ਕਿਉਂਕਿ ਉਹਨਾਂ ਵਿੱਚ ਫਰਕ ਹੀ ਨਹੀਂ ਹੈਗਾ। ਮੈਂ ਵਾਰ-ਵਾਰ ਗੱਲ ਕਰ ਰਿਹਾ, ਰਾਜ ਸਭਾ ਹੀ ਵਿਧਾਨ ਪ੍ਰੀਸ਼ਦ ਹੈ, ਵਿਧਾਨ ਪ੍ਰੀਸ਼ਦ ਹੀ ਰਾਜ ਸਭਾ ਹੈ। ਬਸ ਫਰਕ ਕੀ? ਏਰੀਏ ਦਾ। ਵੱਡੇ ਏਰੀਏ 'ਤੇ ਜਿਹੜੀ ਕੰਮ ਰਾਜ ਸਭਾ ਕਰੇਗੀ, ਉਹੀ ਛੋਟੇ ਏਰੀਏ 'ਤੇ ਕੌਣ ਕੰਮ ਕਰੇਗੀ? ਵਿਧਾਨ। ਦੇਖੋ ਮੈਂ ਵਾਰ-ਵਾਰ ਗੱਲ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਗੱਲ ਨੂੰ, ਕੰਸੈਪਟ ਨੂੰ ਪੱਲੇ ਬੰਨ੍ਹ ਲਓ, ਗੱਲ ਪੱਲੇ ਪੈ ਜਾਏ ਕਿ ਮੈਂ ਕਹਿਣਾ ਕੀ ਚਾਹੁੰਦਾ ਪਿਆ। ਮੈਂ ਵਾਰ ਇੱਕੋ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਕੋਲ ਰਾਜ ਸਭਾ ਹੀ ਵਿਧਾਨ ਪ੍ਰੀਸ਼ਦ ਦਾ ਹਿੱਸਾ ਹੈ। ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦ ਵਿੱਚ ਬਿਲਕੁਲ ਵੀ ਫਰਕ ਨਹੀਂ ਹੈਗਾ। ਜਸਟ ਫਰਕ ਹੈਗਾ ਸਟੇਟ ਐਂਡ ਸੈਂਟਰ। ਜੋ ਕੰਮ ਸੈਂਟਰ ਲੈਵਲ 'ਤੇ ਵਿਅਕਤੀ ਕਰੇਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਵੇਂ ਸਟੇਟ ਨੂੰ ਸੰਭਾਲਣ ਵਾਸਤੇ ਸਟੇਟ ਦਾ ਵੀ ਤਾਂ ਕੋਈ ਪ੍ਰਧਾਨ ਹੋਵੇਗਾ ਨਾ। ਉਹਨੂੰ ਅਸੀਂ ਕੀ ਕਹਿਤਾ? ਮੁੱਖ ਮੰਤਰੀ ਭਗਵੰਤ ਮਾਨ। ਇਹਦਾ ਮਤਲਬ ਕਿ ਬੰਦਾ ਤਾਂ ਸੇਮ ਹੈ ਨਾ, ਉਹ ਪੂਰੇ ਦੇਸ਼ ਨੂੰ ਸੰਭਾਲ ਲਿਆ ਹੈ। ਇਹ ਬੰਦਾ ਕੀ ਸੰਭਾਲ ਰਿਹਾ ਹੈ? ਪੂਰੇ ਦੇ ਪੂਰੇ ਸਟੇਟ ਨੂੰ। ਉਸ ਤਰ੍ਹਾਂ ਸੇਮ ਟੂ ਸੇਮ ਸੈਂਟਰ ਵਿੱਚ ਜੋ ਸਾਡੀ ਰਾਜ ਸਭਾ ਕੰਮ ਕਰੇਗੀ, ਉਹੀ ਸਟੇਟ ਵਿੱਚ ਸਾਡੀ ਵਿਧਾਨ ਪ੍ਰੀਸ਼ਦ ਕੰਮ ਕਰੇਗੀ। ਇਹ ਗੱਲ ਨੂੰ ਅੰਡਰਸਟੈਂਡ ਕਰੋ। ਦੇਖੋ ਜੇ ਮੈਂ ਕਹਿੰਦਾ ਰਾਜ ਸਭਾ ਦਾ ਮੈਂਬਰ ਬਣਨਾ ਹੋਵੇ, ਕੀ ਬਣਨਾ ਹੋਵੇ? ਰਾਜ ਸਭਾ ਦਾ, ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਉਮਰ ਸਾਡੀ ਕਿੰਨੀ ਚਾਹੀਦੀ ਹੈ? ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ ਚਾਹੀਦੀ ਹੈ ਸਾਡੇ ਕੋਲ 30 ਸਾਲ। ਅਤੇ ਜਦੋਂ ਰਾਜ ਸਭਾ ਹੀ ਵਿਧਾਨ ਪ੍ਰੀਸ਼ਦ ਹੈ, ਰਾਜ ਸਭਾ ਦੇ ਮੈਂਬਰ ਜੋ ਕੰਮ ਸੈਂਟਰ 'ਚ ਕਰਨਗੇ, ਉਹੀ ਕੰਮ ਸਟੇਟ 'ਚ ਕਰਨਗੇ। ਕੌਣ? ਵਿਧਾਨ ਪ੍ਰੀਸ਼ਦ ਦੇ ਮੈਂਬਰ। ਫਿਰ ਇਹਦੀ ਉਮਰ ਵੀ ਕਿੰਨੀ ਚਾਹੀਦੀ ਹੋਵੇਗੀ? ਜੋ ਲੋਕ ਸਭਾ ਹੈ, ਲੋਕ ਸਭਾ ਦੇ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਹੈ? 25 ਸਾਲ। ਅਤੇ ਵਿਧਾਨ ਸਭਾ ਦੇ ਫਿਰ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਹੋਵੇਗੀ? ਜੇ ਮੈਂ ਕਹਿੰਦਾ ਰਾਸ਼ਟਰਪਤੀ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਹੈ? ਅਤੇ ਜੇ ਰਾਜਪਾਲ ਬਣਨਾ ਹੋਵੇ ਤਾਂ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ? ਕਿਉਂਕਿ ਰਾਜਪਾਲ ਹੀ ਰਾਸ਼ਟਰਪਤੀ ਦਾ ਰੂਪ ਹੈ, ਬਟ ਉਹ ਸੈਂਟਰ 'ਚ ਤਾਂ ਕੀ ਹੈ? ਸਟੇਟ। ਜੇਕਰ ਦੇਸ਼ ਦਾ ਨਾਂ ਦਾ ਮੁਖੀ ਰਾਸ਼ਟਰਪਤੀ ਹੈ, ਸਟੇਟ ਦਾ ਨਾਂ ਦਾ ਮੁਖੀ ਕੌਣ ਹੋਵੇਗਾ? ਰਾਜਪਾਲ। ਦੇਖੋ ਜੇ ਸਾਨੂੰ ਕੁਐਸਚਨ ਪੁੱਛਦਾ ਹੈ, ਸਾਡੇ ਵੱਲੇ ਕੁਐਸਚਨ ਆਉਂਦਾ ਹੈ ਕਿ ਦੇਸ਼ ਦਾ ਸੰਵਿਧਾਨਿਕ ਮੁਖੀ ਕੌਣ ਹੈ, ਅਸੀਂ ਕੀ ਜਵਾਬ ਦੇਵਾਂਗੇ? ਰਾਸ਼ਟਰਪਤੀ। ਸੰਵਿਧਾਨ ਦਾ ਸੰਵਿਧਾਨਿਕ ਮੁਖੀ ਕੌਣ ਹੈ? ਰਾਸ਼ਟਰਪਤੀ। ਪਰ ਜੇ ਪੁੱਛਦਾ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੈ, ਰਾਸ਼ਟਰਪਤੀ ਹੀ ਕਿਹਦਾ ਰੂਪ ਹੈ? ਰਾਜਪਾਲ ਦਾ। ਰਾਜਪਾਲ ਛੋਟੇ ਏਰੀਏ 'ਤੇ ਮੈਂ ਗੱਲ ਵਾਰੀ ਕਰ ਰਿਹਾ, ਜੋ ਪਾਵਰ ਤੁਹਾਡੇ ਡੈਡੀ ਦੀ ਤੁਹਾਡੇ ਘਰ 'ਤੇ ਚੱਲਦੀ ਏ, ਉਹੀ ਪਾਵਰ ਤੁਹਾਡੇ ਦਾਦੇ ਦੀ, ਤੁਹਾਡੇ ਡੈਡੀ, ਚਾਚੇ, ਤਾਇਆਂ ਚੱਲਦੀ। ਕਿਉਂਕਿ ਜਿਵੇਂ ਤੁਹਾਡੇ ਡੈਡੀ ਦੇ ਤੁਸੀਂ ਧੀਆਂ ਪੁੱਤਰ ਹੋ, ਉਵੇਂ ਤੁਹਾਡੇ ਚਾਚੇ, ਤਾਏ, ਤੁਹਾਡੇ ਦਾਦੇ ਦੇ ਧੀਆਂ ਪੁੱਤਰ ਨੇ। ਜੋ ਪਾਵਰ ਤੁਹਾਡੇ ਦਾਦੇ ਦੀ ਤੁਹਾਡੇ ਪਰਿਵਾਰਾਂ ਚੱਲਦੀ ਏ, ਉਹੀ ਤੁਹਾਡੇ ਡੈਡੀ ਦੀ ਤੁਹਾਡੇ ਪਰਿਵਾਰ ਚੱਲਦੀ ਹੈ। ਕਿਉਂਕਿ ਉਹ ਉਹਦੇ ਵਾਸਤੇ ਉਹ ਪਰਿਵਾਰ ਹੈ, ਅਤੇ ਤੁਹਾਡੇ ਵਾਸਤੇ, ਤੁਹਾਡੇ ਡੈਡੀ ਵਾਸਤੇ ਤੁਸੀਂ ਪਰਿਵਾਰ ਹੋ। ਗੱਲ ਪੱਲੇ ਪਈ ਕਿ ਨਹੀਂ ਪਈ? ਦੇਖੋ ਗੱਲ ਨੂੰ ਅੰਡਰਸਟੈਂਡ ਕਰੋ। ਹੁਣ ਕੀ ਇਹ, ਜੇ ਮੈਂ ਗੱਲ ਕਰਨਾ ਕਿ ਜਿਹੜੀ ਰਾਜ ਸਭਾ ਹੈ, ਇਹ ਵਾਲੀ ਰਾਜ ਸਭਾ ਹੈ, ਰਾਜ ਸਭਾ ਸੰਸਦ ਦਾ ਉੱਪਰਲਾ ਸਦਨ ਹੈ। ਕੀ ਇਹ? ਸੰਸਦ ਦਾ ਉੱਪਰਲਾ ਸਦਨ ਹੈ। ਇਹਦਾ ਮਤਲਬ ਇਹ ਫਿਰ ਮੈਂ ਵਿਧਾਨ ਪ੍ਰੀਸ਼ਦ ਵੀ ਕੀ ਕਹਾਂਗਾ? ਸੰਸਦ ਦਾ। ਜੇ ਮੈਨੂੰ ਪੁੱਛਣ ਕਿ ਸੰਸਦ ਦਾ ਉੱਪਰਲਾ ਸਦਨ ਸੈਂਟਰ ਲੈਵਲ 'ਤੇ ਕੌਣ, ਮੈਂ ਕਹਾਂਗਾ ਰਾਜ। ਸਟੇਟ ਲੈਵਲ 'ਤੇ ਕੌਣ ਹੈ? ਵਿਧਾਨ। ਇਹ ਗੱਲ ਪੱਲੇ ਪਈ ਕਿ ਨਹੀਂ ਪਈ? ਹੁਣ ਦੇਖੋ ਅਸੀਂ ਪਹਿਲਾਂ ਕੀ ਕਰਾਂਗੇ, ਇਹਦੇ ਵਿਧਾਨ ਪਾਲਿਕਾ, ਜਿਹੜੀ ਵਿਧਾਨ ਪਾਲਿਕਾ ਦੇ ਬਾਰੇ 1 ਬਾਏ 1 ਪੜ੍ਹਾਂਗੇ। ਪਹਿਲਾਂ ਅਸੀਂ ਹੈਡਿੰਗ ਬਣਾਵਾਂਗੇ ਵਿਧਾਨ ਪਾਲਿਕਾ। ਵਿਧਾਨ ਪਾਲਿਕਾ ਦੇ ਵਿੱਚ ਪਹਿਲਾਂ ਅਸੀਂ ਪੜ੍ਹਾਂਗੇ ਰਾਜ ਸਭਾ, ਫਿਰ ਪੜ੍ਹਾਂਗੇ ਅਸੀਂ ਲੋਕ ਸਭਾ, ਫਿਰ ਪੜ੍ਹਾਂਗੇ ਰਾਸ਼ਟਰਪਤੀ, ਫਿਰ ਅਸੀਂ ਪੜ੍ਹਾਂਗੇ ਪ੍ਰਧਾਨ ਮੰਤਰੀ, ਫਿਰ ਰਾਸ਼ਟਰਪਤੀ। ਇਹ ਤਾਂ ਪਹਿਲਾਂ ਪੜ੍ਹ ਚੁੱਕੇ ਹਾਂ, ਇਹ ਫਿਰ ਦੁਬਾਰਾ ਪੜ੍ਹਨ ਦੀ ਲੋੜ ਨਹੀਂ। ਫਿਰ ਪੜ੍ਹਾਂਗੇ ਮੰਤਰੀ ਪ੍ਰੀਸ਼ਦ, ਫਿਰ ਮਹਾਨਿਆਵਾਦੀ, ਫਿਰ ਸੁਪਰੀਮ ਕੋਰਟ। ਇਹ ਸਾਡੇ ਕੋਲ ਸੈਂਟਰ ਦੀ ਸਰਕਾਰ ਖਤਮ ਹੋ ਜਾਏਗੀ। ਗੱਲ ਪੱਲੇ ਪਈ ਕਿ ਨਹੀਂ ਪਈ? ਉਸ ਤੋਂ ਬਾਅਦ ਸਾਡੇ ਕੋਲ ਰਾਜ ਸਰਕਾਰ ਆ ਗਈ। ਰਾਜ ਸਰਕਾਰ ਵਿੱਚ ਅਸੀਂ ਪੜ੍ਹਾਂਗੇ ਵਿਧਾਨ ਪ੍ਰੀਸ਼ਦ, ਵਿਧਾਨ ਪ੍ਰੀਸ਼ਦ ਤੋਂ ਬਾਅਦ ਵਿਧਾਨ ਸਭਾ, ਫਿਰ ਰਾਜਪਾਲ, ਫਿਰ ਮੁੱਖ ਮੰਤਰੀ, ਫਿਰ ਮੰਤਰੀ ਪ੍ਰੀਸ਼ਦ, ਫਿਰ ਮਹਾਅਧਿਵਕਤਾ ਅਤੇ ਫਿਰ ਹਾਈ ਕੋਰਟ ਪੜ੍ਹਾਂਗੇ। ਸਾਡੇ ਕੋਲ ਸਰਕਾਰਾਂ ਖਤਮ। ਬਸ 1 ਬਾਏ 1 ਸਟੈਪ ਬਾਏ ਸਟੈਪ ਪੜ੍ਹਨਾ ਹੈ। ਇਹ ਜਿਵੇਂ ਸਟਰਕਚਰ ਮੈਂ ਬਣਾਈ ਐਦਾਂ ਡਿਕਟੋ ਸਟਰਕਚਰ ਯਾਦ ਕਰਨੀ ਹੈ। ਜੋ ਮੈਂ ਲਿਖਵਾਤਾ ਉਹਨੂੰ 101% ਮੰਨ ਲਓ, ਗੱਲ ਪੱਕੀ ਕਰ ਲਓ। ਜੋ ਮੈਂ ਗੱਲ ਕਹਿ ਦਿੱਤੀ ਉਹਨੂੰ ਉੱਦਾਂ ਹੀ ਮੰਨਣਾ ਹੈ। ਜੇ ਮੈਂ ਕਿਹਾ ਹਾਥੀ ਉੱਡਦਾ ਤਾਂ ਮਤਲਬ ਹਾਥੀ ਉੱਡਦਾ ਹੈ। ਅੰਡਰਸਟੈਂਡ ਹੋਇਆ ਕਿ ਨਹੀਂ ਹੋਇਆ? ਜਿਹੜੀ ਗੱਲ ਕਹਿ ਦਿੱਤੀ ਨਾ ਉਹਨੂੰ ਪੱਕੀ ਕਰ ਲਓ। ਹੋ ਸਕਦਾ ਮੈਂ ਵਿੱਚ ਕੁਝ ਗੱਲਾਂ ਨਾ ਦੱਸ ਪਾਵਾਂ। ਕਿਉਂ ਨਾ ਦੱਸਾਂ? ਕਿਉਂਕਿ ਮੈਨੂੰ ਪਤਾ ਹੁੰਦਾ ਹੈ ਕਿ ਬੱਚੇ ਦੀ ਕਨਸੈਪਟ ਕਿੱਥੋਂ ਪਕੜ ਹੋਣੀ। ਜੇ ਅੱਜ ਹੀ ਮੈਂ ਕੁਝ ਗੱਲਾਂ ਦੱਸ ਦੇਵਾਂ ਕਿ ਹਾਂਜੀ ਵਿੱਚ ਵਿਧਾਨ ਪ੍ਰੀਸ਼ਦ ਕਈ ਸਟੇਟਾਂ 'ਚ ਨਹੀਂ ਹੁੰਦੀ, ਤਾਂ ਬੜੇ ਬੱਚੇ ਉਲਝ ਜਾਣਗੇ। ਬਸ ਇਹ ਮੰਨ ਚੱਲੋ ਕਿ ਜਿਵੇਂ ਸੈਂਟਰ ਵਿੱਚ ਜਿਹੜਾ ਸਿਸਟਮ ਹੈ, ਉਹੀ ਸਾਰਾ ਸੇਮ ਟੂ ਸੇਮ ਸਿਸਟਮ ਕਿੱਥੇ? ਸਟੇਟ। ਸਟੇਟ ਦੀ ਚੀਜ਼ਾਂ ਸੈਂਟਰ ਦੀ ਚੀਜ਼ਾਂ ਦੇ ਬਰਾਬਰ। ਗੱਲ ਪੱਲੇ ਪਈ ਕਿ ਨਹੀਂ ਪਈ? ਚਲੋ ਦੇਖੋ ਹੁਣ ਦੇਖਦੇ ਹਾਂ। ਲਓ ਜੀ, ਆਪਣੇ ਕੋਲ
ਜਿਹੜਾ ਹਿੱਸਾ ਸਰਕਾਰ ਦਾ, ਰਾਈਟ। ਸਰਕਾਰ ਦੇ ਕਿੰਨੇ ਅੰਗ ਸੀ? ਜਿਹੜੀ ਮਰਜ਼ੀ ਸਰਕਾਰ ਹੋਵੇ, ਸਰਕਾਰ ਦੇ ਕਿੰਨੇ ਅੰਗ ਹੁੰਦੇ ਨੇ? ਓਕੇ, ਲਓ ਜੀ 3 ਅੰਗ। ਜੇ ਸਰਕਾਰ ਦੇ ਅੱਗੇ ਮੈਂ ਕੇਂਦਰ ਲਗਾ ਦੇਵਾਂ, ਕੀ ਲਗਾ ਦੇਵਾਂ? ਕੇਂਦਰ। ਤੇ ਇਹ ਸਰਕਾਰ ਦੇ ਕੀ ਲਗਾ ਦੇਵਾਂ? ਰਾਜ। ਚੀਜ਼ ਫਿਰ ਵੀ ਉਹੀ ਰਹਿਣੀ, ਬਦਲਣੀ ਨਹੀਂ, ਬਸ ਫਰਕ ਕੀ ਪੈ ਗਿਆ ਕਿ ਛੋਟੇ ਤੇ ਵੱਡੇ ਏਰੀਏ ਦਾ। ਗੱਲ ਪੱਲੇ ਪਈ ਕਿ ਨਹੀਂ ਪਈ? ਹੁਣ ਦੇਖੋ, ਪਹਿਲੇ ਹਿੱਸੇ ਨੂੰ ਅਸੀਂ ਕੀ ਕਿਹਾ ਸੀ? ਵਿਧਾਨ ਪਾਲਿਕਾ। ਦੂਸਰੇ ਹਿੱਸੇ ਨੂੰ ਕੀ ਕਿਹਾ ਸੀ? ਤੀਸਰੇ ਹਿੱਸੇ ਨੂੰ ਕੀ ਕਿਹਾ ਸੀ? ਨਿਆਂਪਾਲਿਕਾ। ਵਿਜ਼ੀਬਲ ਹੈ ਵਾਲਾ ਕਿ ਬਦਲਾ? ਇਸ ਹਿੱਸੇ ਨੂੰ ਕੀ ਕਿਹਾ ਸੀ ਅਸੀਂ? ਵਿਧਾਨ। ਇਸ ਹਿੱਸੇ ਨੂੰ ਕੀ ਕਿਹਾ ਸੀ? ਇਹਨੂੰ ਕੀ ਕਿਹਾ ਸੀ? ਗੱਲ ਨੂੰ ਸਮਝੋ। ਵਿਧਾਨ ਪਾਲਿਕਾ ਦੇ ਕਿੰਨੇ ਅੰਗ ਨੇ? ਕਾਰਜਪਾਲਿਕਾ ਦੇ ਕਿੰਨੇ ਅੰਗ ਨੇ? ਇਸ ਤਰ੍ਹਾਂ ਇਸ ਵਿਧਾਨ ਪਾਲਿਕਾ ਦੇ ਕਿੰਨੇ ਅੰਗ ਨੇ? ਕਾਰਜਪਾਲਿਕਾ ਦੇ ਕਿੰਨੇ ਅੰਗ ਨੇ? ਨਿਆਂਪਾਲਿਕਾ ਇੱਕੋ ਹੀ ਹੈ। ਇੱਥੇ ਵੇਖੋ, ਰਾਈਟ। ਮੈਂ ਕਿਹਾ ਵਿਧਾਨ ਪਾਲਿਕਾ ਸੈਂਟਰ ਦੀ ਕਿਹਦੇ ਤੋਂ ਮਿਲ ਕੇ ਬਣਦੀ ਹੈ? ਰਾਜ ਸਭਾ, ਲੋਕ ਸਭਾ ਐਂਡ ਰਾਸ਼ਟਰਪਤੀ, ਮਤਲਬ ਪ੍ਰੈਜ਼ੀਡੈਂਟ। ਓਕੇ। ਦੂਸਰਾ ਕੇਸ ਮੈਂ ਕਿਹਾ ਕਾਰਜਪਾਲਿਕਾ ਕਿਹਦੇ ਤੋਂ ਮਿਲ ਕੇ ਬਣਦੀ ਹੈ? ਸਾਡੇ ਕੋਲ ਪ੍ਰਧਾਨ ਮੰਤਰੀ ਮਤਲਬ ਪ੍ਰਾਈਮ ਮਿਨਿਸਟਰ, ਫਿਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ, ਫਿਰ ਜਿਹੜੀ ਮਿਨਿਸਟਰ ਆਫ ਕਾਉਂਸਲ, ਰਾਈਟ, ਮਿਨਿਸਟਰ ਆਫ ਕਾਉਂਸਲ, ਫਿਰ ਉਸ ਤੋਂ ਬਾਅਦ ਸਾਡੇ ਕੀ ਹੁੰਦਾ ਹੈ? ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ। ਇਹਨਾਂ ਚੀਜ਼ਾਂ ਤੋਂ ਮਿਲ ਕੇ ਸਾਡੇ ਕੀ ਬਣਦੀ? ਕਾਰਜਪਾਲਿਕਾ। ਨਿਆਂਪਾਲਿਕਾ ਕੀ ਹੁੰਦੀ? ਸੁਪਰੀਮ ਕੋਰਟ। ਦੇਖੋ ਇਸ ਚੀਜ਼ ਨੂੰ ਸਮਝਣਾ ਹੈ। ਜੋ ਸਾਡੇ ਕੋਲ ਇਹ ਵਾਲੀ ਵਿਧਾਨ ਪਾਲਿਕਾ ਹੈ, ਇਹ ਕਿਹਨਾਂ ਤੋਂ ਮਿਲ ਕੇ ਬਣਦੀ ਹੈ? ਸਾਡੇ ਕੋਲ ਵਿਧਾਨ ਪਰਿਸ਼ਦ, ਇਹ ਬੰਦੀ ਵਿਧਾਨ ਸਭਾ। ਇਹਨੂੰ ਕਹਿੰਦੇ ਆ ਆਪਣੇ ਗਵਰਨਰ, ਰਾਜਪਾਲ, ਗਵਰਨਰ, ਰਾਈਟ। ਤੇ ਸੇਮ ਟੂ ਸੇਮ ਇਹਦੇ ਵਿੱਚੋਂ ਜਦੋਂ ਸੀਐਮ ਅਸੀਂ ਕੀ ਕੱਢ ਲਿਆ? ਬਾਹਰ ਕੱਢ ਲਿਆ। ਸੀਐਮ, ਰਾਜਪਾਲ ਬਾਹਰ ਕੱਢ ਲਿਆ। ਜਿਹੜੀ ਕਾਉਂਸਲ ਆਫ ਮਿਨਿਸਟਰ ਹੈ, ਰਾਈਟ, ਕਾਉਂਸਲ ਆਫ ਮਿਨਿਸਟਰ ਹੈ, ਇਹ ਅਸੀਂ ਸਟੇਟ ਦੀ ਲੈ ਲਈ, ਪਲੱਸ ਐਡਵੋਕੇਟ ਆਫ ਸਟੇਟ ਲਵਾਂਗੇ। ਇਹਨੂੰ ਅਸੀਂ ਕੀ ਕਹਿ ਦਾਂਗੇ? ਕਾਰਜਪਾਲਿਕਾ। ਨਿਆਂਪਾਲਿਕਾ ਦਾ ਮਤਲਬ ਕਿਹੜਾ ਹੋ ਗਿਆ? ਹਾਈ। ਆਹ ਗੱਲ ਸਮਝ ਹੋਈ ਕਿ ਨਹੀਂ ਹੋਈ? ਇਹ ਚੀਜ਼ ਨੂੰ ਸਮਝਣ ਦਾ ਵਿਸ਼ਾ। ਦੇਖੋ, ਜੇਕਰ ਮੈਂ ਕਹਿੰਦਾ ਸੈਂਟਰ ਵਿੱਚ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਤੋਂ ਮਿਲ ਕੇ ਕੀ ਬਣਦੀ ਹੈ? ਸੰਸਦ। ਕੀ ਬਣਦੀ ਹੈ? ਸੰਸਦ। ਤੇ ਫਿਰ ਇਹ ਮੈਂ ਕਹਿੰਦਾ ਕਿ ਸਾਡੇ ਕੋਲ ਸਟੇਟ ਦੀ ਸੰਸਦ ਕਿੱਥੋਂ ਮਿਲ ਕੇ ਬਣੇਗੀ? ਵਿਧਾਨ ਪਰਿਸ਼ਦ, ਵਿਧਾਨ ਸਭਾ ਤੇ ਰਾਜ। ਜੇਕਰ ਸਟੇਟ ਦੀ ਸੰਸਦ ਤੇ ਰਾਜ ਦੀ ਸੰਸਦ, ਜੇ ਸਟੇਟ ਦੀ ਸੰਸਦ 3 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ ਤੇ ਰਾਜ ਦੀ ਸੰਸਦ ਵੀ ਕਿੰਨੀ ਚੀਜ਼ਾਂ ਤੋਂ ਮਿਲ ਕੇ ਬਣਦੀ ਹੋਵੇਗੀ? ਗੱਲ ਪੱਲੇ ਪਈ? ਹੁਣ ਦੇਖੋ, ਸੰਸਦ ਕੀ ਹੁੰਦੀ? ਪਹਿਲਾਂ ਗੱਲ ਨੂੰ ਅੰਡਰਸਟੈਂਡ ਹੈ ਕਿ ਸੰਸਦ ਹੁੰਦਾ ਕੀ? ਪਾਰਲੀਮੈਂਟ ਹੁੰਦਾ ਕੀ? ਸੰਸਦ ਜਾਂ ਪਾਰਲੀਮੈਂਟ ਹੁੰਦਾ ਕਿ ਨਹੀਂ ਹੁੰਦਾ? ਪਾਰਲੀਮੈਂਟ ਹਾਊਸ ਕੀ ਹੁੰਦਾ ਪਤਾ ਹੈ? ਪਾਰਲੀਮੈਂਟ ਹਾਊਸ ਕੀ ਹੁੰਦਾ ਹੈ? ਉਹ ਜਗ੍ਹਾ ਜਿੱਥੇ ਉਸ ਇਲਾਕੇ ਦੇ ਕੁਝ ਫੈਸਲੇ ਲਏ ਜਾਂਦੇ ਨੇ। ਜਿਵੇਂ ਕਿ ਤੁਹਾਡੇ ਪਿੰਡ ਦਾ ਪੰਚਾਇਤ ਘਰ, ਜਿਸ ਜਗ੍ਹਾ ਤੇ ਤੁਹਾਡੇ ਪਿੰਡ ਦੀਆਂ ਪ੍ਰੋਬਲਮਾਂ ਦਾ ਨਿਪਟਾਰਾ ਹੁੰਦਾ ਹੈ, ਤੁਹਾਡੇ ਪਿੰਡ ਦੇ ਪ੍ਰਤੀ ਕੁਝ ਕਾਨੂੰਨ ਬਣਦੇ ਨੇ, ਤੁਹਾਡੇ ਪਿੰਡ ਦੀ ਸਮੱਸਿਆ ਪਾਣੀ ਨੂੰ ਲੈ ਕੇ, ਤੁਹਾਡੇ ਪਿੰਡ ਦੀ ਸਮੱਸਿਆ ਸੜਕਾਂ ਨੂੰ ਲੈ ਕੇ, ਤੁਹਾਡੇ ਪਿੰਡ ਦੀ ਸਮੱਸਿਆ ਘਰ ਦੇ ਕਮਰਿਆਂ ਨੂੰ ਲੈ ਕੇ, ਤੁਹਾਡੇ ਪਿੰਡ ਦੀ ਸਮੱਸਿਆ ਹੋਰ ਫਲੱਸ਼ ਬਾਥਰੂਮ ਸਰਕਾਰੀ ਆਉਂਦੇ ਨੇ ਉਹਨਾਂ ਨੂੰ ਲੈ ਕੇ, ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜਿਹੜੀ ਪਿੰਡ ਦੀ ਸਮੱਸਿਆ ਹੱਲ ਕਰਨ ਲਈ ਜਿਸ ਜਗ੍ਹਾ ਤੇ ਇਕੱਠਿਆ ਹੋਇਆ ਜਾਂਦਾ ਹੈ, ਉਸ ਜਗ੍ਹਾ ਨੂੰ ਕਹਿੰਦੇ ਆ ਪਾਰਲੀਮੈਂਟ ਹਾਊਸ। ਕੀ ਕਹਿੰਦੇ ਆ? ਇਹਦਾ ਮੈਂ ਪੰਚਾਇਤ ਘਰ ਤੁਹਾਡੇ ਪਿੰਡ ਦਾ ਕੀ ਹੈ? ਪਾਰਲੀਮੈਂਟ ਹਾਊਸ। ਇਹਦਾ ਮਤਲਬ ਚਾਹੇ ਕਿਸੇ ਪਿੰਡ ਦਾ ਪੰਚਾਇਤ ਘਰ ਨਹੀਂ ਹੈਗਾ, ਕਿ ਪਿੱਪਲ ਥੱਲੇ ਇਕੱਠੇ ਹੁੰਦੇ ਹੀ ਨਹੀਂ ਹੁੰਦੇ ਨੇ ਕਿ ਨਹੀਂ ਹੁੰਦੇ? ਤੇ ਜੇ ਇਸ ਜਗ੍ਹਾ ਦੇ ਪਿੱਪਲ ਥੱਲੇ ਇਕੱਠੇ ਹੁੰਦੇ ਨੇ, ਉਹ ਪਿੱਪਲ ਹੇਠਾਂ ਜਿਸ ਜਗ੍ਹਾ ਤੇ ਇਕੱਠੇ ਹੋ ਰਹੇ ਨੇ, ਉਹਨੂੰ ਅਸੀਂ ਕਹਾਂਗੇ ਤੁਹਾਡੇ ਪਿੰਡ ਦਾ ਕੀ? ਉਹ ਪਾਰਲੀਮੈਂਟ। ਉਵੇਂ ਤੁਹਾਡੇ ਪਿੰਡ ਦੀਆਂ ਸਮੱਸਿਆਵਾਂ ਸੁਣਨ ਵਾਲੀ ਜੋ ਜਗ੍ਹਾ ਹੈ, ਉਸ ਜਗ੍ਹਾ ਨੂੰ ਅਸੀਂ ਕੀ ਕਹਿ ਰਹੇ? ਪਾਰਲੀਮੈਂਟ ਹਾਊਸ। ਉਵੇਂ ਤੁਹਾਡੇ ਪੰਜਾਬ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਜੋ ਪੰਚਾਇਤ ਘਰ ਚੰਡੀਗੜ੍ਹ ਬਣਾਇਆ ਹੋਇਆ ਹੈ, ਉਹਨੂੰ ਅਸੀਂ ਪੰਚਾਇਤ ਘਰ ਸ਼ਬਦ ਵਰਤ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਸਟੇਟ ਦਾ ਪਾਰਲੀਮੈਂਟ। ਕੀ? ਸਟੇਟ ਦਾ। ਜਿੱਥੇ ਕੀ ਬੈਠਦੀ? ਸਾਡੇ ਕੋਲ ਜਿਹੜੀ ਸਟੇਟ ਦੀ ਸੰਸਦ ਬੈਠਦੀ। ਕੀ ਬੈਠਦੀ? ਸਟੇਟ ਦੀ, ਮਤਲਬ ਵਿਧਾਨ ਪਰਿਸ਼ਦ, ਵਿਧਾਨ ਸਭਾ ਤੇ ਰਾਜ, ਇਹ ਬੈਠਦੇ ਨੇ। ਸੇਮ ਟੂ ਸੇਮ ਪੂਰੇ ਦੇਸ਼ ਦੀਆਂ ਪ੍ਰੋਬਲਮਾਂ ਸੁਣਨ ਦੇ ਲਈ ਜੋ ਸਾਡਾ ਪੰਚਾਇਤ ਘਰ ਕਿੱਥੇ ਬਣਿਆ ਹੋਇਆ ਹੈ? ਦਿੱਲੀ ਦੇ ਵਿੱਚ। ਉਸ ਪਿੰਡ ਜੋ ਸਾਡੇ ਪਿੰਡ ਦਾ ਪੰਚਾਇਤ ਘਰ ਪਿੰਡ ਦੇ ਲਈ, ਉਵੇਂ ਸਾਡਾ ਭਾਰਤ ਇੱਕ ਪਿੰਡ ਹੋਵੇ, ਉਸ ਭਾਰਤ ਦੇ ਪਿੰਡ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਜੋ ਦਿੱਲੀ ਦਾ ਪੰਚਾਇਤ ਘਰ ਹੈ, ਉਸ ਦਿੱਲੀ ਦੇ ਪੰਚਾਇਤ ਘਰ ਨੂੰ ਅਸੀਂ ਕੀ ਕਹਾਂਗੇ? ਪਾਰਲੀਮੈਂਟ। ਕਿਹਨਾਂ ਕਹਾਂਗੇ? ਪਾਰਲੀਮੈਂਟ। ਕਿੱਥੋਂ ਦਾ? ਸੈਂਟਰ ਦਾ। ਤੇ ਪਾਰਲੀਮੈਂਟ ਉਹ ਜਗ੍ਹਾ ਹੁੰਦੀ ਹੈ ਜਿਸ ਜਗ੍ਹਾ ਤੇ ਕੁਝ ਕੁ ਲੋਕ ਉਸ ਪਿੰਡ ਦੀਆਂ ਸਮੱਸਿਆਵਾਂ ਸੁਣਦੇ ਨੇ,
ਉਸ ਪਿੰਡ ਦੀਆਂ ਪ੍ਰੋਬਲਮਸ ਹੁੰਦੇ ਨੇ ਕਿ ਪਿੰਡ ਵਿੱਚ ਕਿਸ ਚੀਜ਼ ਦੀ ਸਮੱਸਿਆ ਹੈ ਤੇ ਕਿਸ ਚੀਜ਼ ਦੀ ਸਮੱਸਿਆ ਨੂੰ ਦੂਰ ਕਿੱਦਾਂ ਕਰਨਾ ਹੈ। ਜੇ ਤੁਹਾਡੇ ਪਿੰਡ ਦੀ ਸਮੱਸਿਆ ਹੈ ਤਾਂ ਜਿਸ ਜਗ੍ਹਾ ਤੁਹਾਡੇ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਉਹ ਤੁਹਾਡੇ ਪਿੰਡ ਦਾ ਪਾਰਲੀਮੈਂਟ ਹੈ। ਜੇ ਫੋਰ ਐਗਜ਼ਾਮਪਲ ਤੁਹਾਡਾ ਘਰ ਹੈ, ਤੁਹਾਡੇ ਘਰ ਦੀਆਂ ਕੁਝ ਪ੍ਰੋਬਲਮ ਹੋਣਗੀਆਂ ਤੇ ਜਿਸ ਜਗ੍ਹਾ ਤੇ ਤੁਹਾਡਾ ਡੈਡੀ ਜਾਂ ਮੰਮੀ ਜਿਸ ਜਗ੍ਹਾ ਤੇ ਬੈਠ ਕੇ ਸਲਾਹ ਮਸ਼ਵਰਾ ਕਰਦੇ ਨੇ ਘਰ ਦੇ ਰੂਲ ਦੇ ਪ੍ਰਤੀ, ਜੇ ਘਰ ਦੇ ਪ੍ਰਤੀ ਕੁਝ ਰੂਲਸ ਬਣਾਉਂਦੇ ਨੇ, ਉਹ ਤੁਹਾਡਾ ਡੈਡੀ ਮੰਮੀ ਜਿਸ ਜਗ੍ਹਾ ਤੇ ਬੈਠ ਕੇ ਸਲਾਹ ਕਰ ਰਹੇ ਨੇ ਉਹ ਜਗ੍ਹਾ ਤੁਹਾਡੇ ਘਰ ਦਾ ਕੀ ਹੋ ਗਿਆ? ਪਾਰਲੀਮੈਂਟ ਹਾਊਸ। ਕੀ ਹੋ ਗਿਆ? ਪਾਰਲੀਮੈਂਟ ਹਾਊਸ ਦਾ ਮੀਨਿੰਗ ਕੀ ਹੈ? ਜਿਸ ਜਗ੍ਹਾ ਤੇ ਕੀ ਹੁੰਦਾ ਹੈ, ਸਾਡੇ ਪਿੰਡ ਦੀਆਂ, ਸਾਡੇ ਘਰ ਦੀਆਂ, ਸਾਡੇ ਸਟੇਟ ਦੀਆਂ, ਸਾਡੇ ਦੇਸ਼ ਦੀਆਂ ਪ੍ਰੋਬਲਮ ਸੋਲਵ ਹੁੰਦੀਆਂ ਨੇ। ਗੱਲ ਪੱਲੇ ਪਈ ਕਿ ਨਹੀਂ ਪਈ? ਉਹਨੂੰ ਅਸੀਂ ਕੀ ਕਹਿੰਦੇ ਹਾਂ? ਪਾਰਲੀਮੈਂਟ। ਦੂਸਰੀ ਗੱਲ ਦੇਖੋ, ਜੇ ਮੈਂ ਗੱਲ ਕਹਿੰਦਾ ਜਿਹੜਾ ਤੁਹਾਡੇ ਮੰਮੀ ਡੈਡੀ ਡਿਸੀਜਨ ਲੈ ਰਹੇ ਨੇ ਤੇ ਤੁਹਾਡੇ ਘਰ ਦੇ ਪ੍ਰਤੀ, ਉਹ ਤੁਹਾਡੇ ਮੰਮੀ ਡੈਡੀ ਤੁਹਾਡੇ ਘਰ ਦੀ ਕੀ ਹੈ? ਸੰਸਦ। ਕੀ ਹੈ? ਉਵੇਂ ਸੇਮ ਟੂ ਸੇਮ ਤੁਹਾਡੇ ਪਿੰਡ ਦੇ ਜੋ ਸਰਪੰਚ ਮੈਂਬਰ ਜਾਂ ਕੁਝ ਹੋਰ ਪਰਸਨ ਪਿੰਡ ਦੇ ਜੋ ਤੁਹਾਡੇ ਪਿੰਡ ਦੇ ਪ੍ਰਤੀ ਡਿਸੀਜਨ ਲੈ ਰਹੇ ਨੇ, ਉਹ ਤੁਹਾਡੇ ਪਿੰਡ ਦੇ ਜਿਹੜੇ ਖਾਸ ਮੇਨ ਪਰਸਨ ਉਹਨਾਂ ਅਸੀਂ ਕੀ ਕਹਾਂਗੇ? ਉਹ ਪਿੰਡ ਦੀ ਕੀ ਹੈ? ਸੰਸਦ, ਪਾਰਲੀਮੈਂਟ ਹੈ ਪਿੰਡ ਦਾ। ਉਵੇਂ ਸੇਮ ਟੂ ਸੇਮ ਜੋ ਤੁਹਾਡੇ ਪੰਜਾਬ ਸਟੇਟ ਹੈ, ਪੰਜਾਬ ਸਟੇਟ ਦੇ ਜੋ ਪਰਸਨ ਨੇ, ਪੰਜਾਬ ਸਟੇਟ ਵਿੱਚ ਲਗਭਗ 117 ਵਿਧਾਨ ਸਭਾ ਦੇ ਮੈਂਬਰ, ਉਹ ਸਾਰੇ ਆਪਣੇ ਆਪ ਵਿੱਚ ਕੀ ਨੇ? ਪਾਰਲੀਮੈਂਟ ਦਾ ਮੈਂਬਰ। ਕੀ ਨੇ? ਸੰਸਦ ਦੇ। ਕੀ ਨੇ? ਸੰਸਦ। ਗੱਲ ਪੱਲੇ ਪਈ ਕਿ ਨਹੀਂ ਪਈ? ਸੰਸਦ ਦਾ ਮਤਲਬ ਕੀ ਹੁੰਦਾ ਹੈ? ਸੰਸਦ ਜਿਹੜਾ ਪਾਰਲੀਮੈਂਟ ਹਾਊਸ ਹੁੰਦਾ ਹੈ ਉਹਦਾ ਮਤਲਬ ਕੀ ਹੁੰਦਾ ਹੈ? ਜਿਸ ਜਗ੍ਹਾ ਤੇ ਲੋਕ ਆਪਣੇ ਇਲਾਕੇ ਦੀਆਂ ਪ੍ਰੋਬਲਮ ਸੁਣਨ ਦੇ ਲਈ ਇਕੱਠੇ ਹੁੰਦੇ ਨੇ। ਜੇ ਸਾਡੇ ਦੇਸ਼ ਦੀ ਪ੍ਰੋਬਲਮ ਸੁਣਨ ਦੇ ਲਈ ਦਿੱਲੀ ਵਿੱਚ ਇਕੱਠੇ ਹੋ ਰਹੇ ਨੇ, ਇਹਦਾ ਮਤਲਬ ਦਿੱਲੀ ਤੁਹਾਡੇ ਦੇਸ਼ ਦਾ ਕੀ ਹੈ? ਪਾਰਲੀਮੈਂਟ। ਮੈਂ ਇਹ ਵੀ ਕਹਿ ਸਕਣਾ ਕਿ ਜਿਵੇਂ ਤੁਹਾਡੇ ਪਿੰਡ ਦਾ ਪੰਚਾਇਤ ਘਰ ਹੈ, ਉਵੇਂ ਸੇਮ ਟੂ ਸੇਮ ਪੂਰੇ ਭਾਰਤ ਦਾ ਪੰਚਾਇਤ ਘਰ ਕੀ ਹੈ? ਦਿੱਲੀ। ਗੱਲ ਪੱਲੇ ਪੈ ਗਈ ਕਿ ਨਹੀਂ? ਆਹੀ ਚੀਜ਼ ਹੈ। ਤੇ ਫਿਰ ਸੰਸਦ ਕਿਹਦੇ ਤੋਂ ਮਿਲ ਕੇ ਬਣਦੀ ਹੈ? ਸਾਡੇ ਕੋਲ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ। ਜੇ ਮੈਨੂੰ ਕੋਈ ਕਹਿੰਦਾ ਹੈ ਸੰਸਦ ਦੇ ਕਿੰਨੇ ਅੰਗ ਨੇ, ਸੰਸਦ ਕਿੰਨੀਆਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਮੈਂ ਕਹਾਂਗਾ ਸੰਸਦ ਕਿੰਨੀਆਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ? ਪਹਿਲੇ ਹਿੱਸੇ ਨੂੰ ਕੀ ਕਹਾਂਗੇ? ਦੂਸਰੇ ਹਿੱਸੇ ਨੂੰ ਕੀ ਕਹਾਂਗੇ? ਲੋਕ ਸਭਾ। ਤੀਸਰੇ ਹਿੱਸੇ ਨੂੰ ਕੀ ਕਹਾਂਗੇ? ਰਾਸ਼ਟਰਪਤੀ। ਰਿਪੀਟ ਕਰਾਂਗੇ, ਸੰਸਦ ਕਿੰਨਿਆਂ ਤੋਂ ਮਿਲ ਕੇ ਬਣਦੀ ਚੀਜ਼ਾਂ ਤੋਂ? 3 ਚੀਜ਼ਾਂ ਤੋਂ। ਰਾਜ ਸਭਾ, ਲੋਕ ਸਭਾ, ਰਾਸ਼ਟਰਪਤੀ। ਰਾਜ ਸਭਾ, ਲੋਕ ਸਭਾ, ਰਾਜ ਸਭਾ, ਲੋਕ ਸਭਾ, ਰਾਸ਼ਟਰਪਤੀ। ਇਹਨਾਂ ਚੀਜ਼ਾਂ ਤੋਂ ਮਿਲ ਕੇ ਕੀ ਬਣਦੀ? ਸੈਂਟਰ ਦੀ। ਤੇ ਸੇਮ ਟੂ ਸੇਮ ਸਟੇਟ ਦੀ ਸੰਸਦ। ਮੈਂ ਕਿਹਾ ਸਟੇਟ ਤੇ ਸੈਂਟਰ ਜਦੋਂ ਫਰਕ ਹੀ ਨਹੀਂ ਹੈਗਾ। ਜੋ ਸੈਂਟਰ ਦੀ ਸੰਸਦ ਜੇਕਰ 3 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਫਿਰ ਸਟੇਟ ਦੀ ਸੰਸਦ ਵੀ ਕਿੰਨੀ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ? ਬਸ ਗੱਲ ਕੀ ਹੈ, ਇੱਥੇ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਨਾਮ ਬਦਲ ਕੇ ਵਿਧਾਨ ਪ੍ਰੀਸ਼ਦ, ਵਿਧਾਨ ਸਭਾ ਤੇ ਰਾਜਪਾਲ ਕਰ ਦਿੱਤਾ ਗਿਆ। ਸਮਝ ਆਇਆ ਕਿ ਨਹੀਂ ਆਇਆ? ਇਹਦਾ ਮਤਲਬ ਜੇ ਮੈਨੂੰ ਕੋਈ ਪੁੱਛਦਾ ਹੈ ਕਿ ਸੈਂਟਰ ਵਿੱਚ ਜੋ ਕੰਮ ਰਾਜ ਸਭਾ ਕਰਦੀ ਹੈ, ਸਟੇਟ ਵਿੱਚ ਉਹੀ ਕੰਮ ਫਿਰ ਕੌਣ ਕਰੇਗਾ? ਵਿਧਾਨ ਪ੍ਰੀਸ਼ਦ। ਜੇਕਰ ਕੋਈ ਮੈਨੂੰ ਪੁੱਛਦਾ ਹੈ ਕਿ ਜੋ ਕੰਮ ਸੈਂਟਰ ਵਿੱਚ ਲੋਕ ਸਭਾ ਕਰੇਗੀ ਉਹੀ ਸਟੇਟ ਵਿੱਚ ਕੌਣ ਕਰੇਗੀ? ਵਿਧਾਨ। ਜੋ ਅਹੁਦਾ ਸੈਂਟਰ ਵਿੱਚ ਰਾਸ਼ਟਰਪਤੀ ਦਾ ਹੁੰਦਾ ਹੈ ਉਹੀ ਅਹੁਦਾ ਸਟੇਟ ਵਿੱਚ ਕਿਹਦਾ ਹੋਏਗਾ? ਗੱਲ ਪੱਲੇ ਪਈ ਕਿ ਨਹੀਂ ਪਈ? ਰਾਜਪਾਲ ਤੇ ਰਾਸ਼ਟਰਪਤੀ ਕੋਈ ਫਰਕ ਹੈਗਾ ਹੈ? ਬਸ ਫਰਕ ਕੀ? ਉਹ ਪੂਰੇ ਦੇਸ਼ ਦਾ ਹੈਡ ਹੈ, ਉਹ ਇੱਕ ਇਲਾਕੇ ਦਾ ਹੈਡ ਹੈ। ਤੁਹਾਡਾ ਦਾਦਾ 5 ਭਰਾਵਾਂ ਦੇ 5 ਘਰਾਂ ਦਾ ਹੈਡ ਹੈ, ਤੁਹਾਡਾ ਡੈਡੀ 5 ਦਾ ਹੈਡ ਨਹੀਂ ਹੈਗਾ, ਇੱਕ ਘਰ ਦਾ ਹੈਡ ਹੈ, ਤੁਹਾਡੇ ਘਰ ਦਾ। ਗੱਲ ਹੁਣ ਪੱਲੇ ਪਈ ਕਿ ਨਹੀਂ ਪਈ? ਦਾਦੇ ਦੀ ਗੱਲ ਪੱਲੇ ਪਈ ਹੈ? ਕੀ ਪੱਲੇ ਪਿਆ ਹੈ? ਇਹਦਾ ਮਤਲਬ ਕੀ ਹੈ? ਸਮਝ ਗਿਆ ਜੀ? ਚਲੋ ਠੀਕ ਹੈ ਜੀ, ਅੱਗੇ ਚਲੀਏ। ਦੇਖੋ ਅਗਲਾ ਪਿਆਰਾ ਜਿਹਾ ਕਨਸੈਪਟ ਸਮਝਦੇ ਅਸੀਂ। ਮੈਂ ਇੱਕ ਵਾਰ ਗੱਲ ਕਰ ਰਿਹਾ ਕਿ ਸਾਡੇ ਕੋਲ ਜੋ ਸਰਕਾਰ ਹੈ, ਰਾਈਟ, ਸਰਕਾਰ ਦੇ ਕਿੰਨੇ ਅੰਗ ਨੇ? ਲਓ ਮਿੱਤਰ ਪਿਆਰਿਓ, 3। ਪਹਿਲੇ ਅੰਗ ਨੂੰ ਕੀ ਕਹਾਂਗੇ? ਵਿਧਾਨ। ਦੂਸਰਾ ਅੰਗ ਕੀ ਹੈ? ਕਾਰਜਪਾਲਿਕਾ। ਤੀਸਰਾ ਅੰਗ ਨਿਆਂਪਾਲਿਕਾ। ਅੰਡਰਸਟੈਂਡ? ਦੇਖੋ ਸੇਮ ਟੂ ਸੇਮ ਇਹ ਸਰਕਾਰ ਸਾਡੀ ਕਿਹੜੀ ਹੈ? ਕੇਂਦਰ ਸਰਕਾਰ। ਸੇਮ ਟੂ ਸੇਮ ਦੂਸਰਾ ਹਿੱਸਾ ਕਿਹੜਾ ਸਾਡਾ? ਰਾਜ ਸਰਕਾਰ। ਰਾਜ ਸਰਕਾਰ ਦੇ ਕਿੰਨੇ ਅੰਗ ਨੇ? ਕਰ ਚੁੱਕੇ ਹਾਂ। ਹਾਂਜੀ ਬੋਲੋ, ਕਿਹੜੇ ਕਿਹੜੇ? ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂ। ਅੰਡਰਸਟੈਂਡ? ਲਓ ਜੀ, ਦੇਖੋ ਵਾਰ ਮੈਂ ਸ਼ਬਦ ਲਿਖਦਾ, ਕਈ ਬੱਚੇ ਬੋਰ ਹੋ ਗਏ ਹੋਣਗੇ। ਵਾਰੀ 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 ਇਹੀ ਤਾਂ ਸਭ ਤੋਂ ਵੱਡਾ ਫੰਡਾ ਹੈ। ਜਿਸ ਚੀਜ਼ ਤੁਸੀਂ ਬੋਰ ਹੋ ਜਾਂਦੇ ਨਾ, ਉਸ ਚੀਜ਼ ਦੇ ਪਿੱਛੇ ਸਾਡਾ ਰਿਜ਼ਲਟ ਛੁਪਿਆ ਹੁੰਦਾ ਹੈ। ਜਦੋਂ ਕੋਈ ਚੀਜ਼ਾਂ ਸਾਨੂੰ ਬੋਰ ਕਰਨ ਲੱਗ ਜਾਣਾ, ਦੈਟਸ ਮੀਨ ਉਸ ਸਮੇਂ ਅਸੀਂ ਤਰੱਕੀ ਵੱਲ ਚੱਲੇ ਹਾਂ। ਪਰ ਅਸੀਂ ਬੋਰ ਹੋ ਕੇ ਛੱਡ ਦਿੰਦੇ ਹਾਂ, ਤਰੱਕੀ ਸਾਡੀ ਕਿੱਥੋਂ ਹੁੰਦੀ ਪਈ? ਖਤਮ। ਪਤਾ ਹੀ ਲੱਛਣ ਹੀ ਹੋਏ ਨੇ, ਨਹੀਂ?
ਦੇਖੋ ਗੱਲ ਨੂੰ ਸਮਝੋ, ਜਦੋਂ ਵੀ ਕਿਸੇ ਚੀਜ਼ ਨੂੰ ਅਸੀਂ ਵਾਰ-ਵਾਰ ਰਿਪੀਟ ਕਰਾਂਗੇ, ਵਾਰ-ਵਾਰ ਚੀਜ਼ 'ਤੇ ਫੋਕਸ ਕਰਾਂਗੇ, ਉਸ ਚੀਜ਼ ਦੀ ਸਾਡੀ ਪ੍ਰੈਕਟਿਸ ਵੱਧਦੀ ਜਾਏਗੀ ਤਾਂ ਅਸੀਂ ਉਹਦੇ ਵਿੱਚ ਪਰਫੈਕਟ ਹੋ ਜਾਵਾਂਗੇ। ਮੈਂ ਪਿਛਲੀ ਕਲਾਸ 'ਚ ਇੱਕ ਗੱਲ ਕਰਕੇ ਹਟਿਆ, ਇੱਕ ਪਰਸਨ ਨੂੰ ਜੇਕਰ 100 ਦਾਂ ਆਉਂਦੇ ਨੇ, ਦਾਂ ਪੇਚ 100 ਆਉਂਦੇ ਨੇ, ਉਹਨੇ 100 ਦਾਂ ਪੇਚਾਂ ਦੇ ਉੱਪਰ ਇੱਕ ਵਾਰੀ ਪ੍ਰੈਕਟਿਸ ਕੀਤੀ ਹੋਵੇ, ਇੱਕ ਬੰਦੇ ਨੂੰ ਇੱਕੋ ਹੀ ਦਾਂ ਆਉਂਦਾ ਹੈ ਪਰ ਉਹਨੇ 100 ਵਾਰੀ ਪ੍ਰੈਕਟਿਸ ਕੀਤੀ ਹੋਵੇ, ਤਾਂ ਜਿੱਤ ਪਤਾ ਕਿਹਦੀ ਹੋਣੀ ਹੈ? ਜਿਹਨੂੰ ਇੱਕੋ ਦਾਂ ਆਉਂਦਾ, ਕਿਉਂਕਿ ਉਹਦੀ ਪ੍ਰੈਕਟਿਸ ਇੱਕੋ ਦਾਂ 'ਤੇ 100 ਵਾਰ ਹੈ। ਇਸ ਲਈ ਸਾਡੇ ਜਿਹੜੇ ਬੜੇ ਮੋਟੀਵੇਸ਼ਨਲ ਪਰਸਨ ਨੇ ਇੱਕ ਗੱਲ ਕਹੀਏ ਕਿ ਪ੍ਰੈਕਟਿਸ ਮੇਕ ਮੈਨ ਪਰਫੈਕਟ। ਪ੍ਰੈਕਟਿਸ ਹੀ ਬੰਦੇ ਨੂੰ ਪਰਫੈਕਟ ਬਣਾਉਂਦੀ ਹੈ। ਜਿੰਨੇ ਵਾਰੀ ਪ੍ਰੈਕਟਿਸ ਕਰੋਗੇ ਉਨੇ ਵਾਰੀ ਪਰਫੈਕਟ ਬੰਦੇ ਜਾਓਗੇ। ਜਿੰਨੇ ਵਾਰੀ ਚੀਜ਼ ਰਿਪੀਟ ਕਰੋਗੇ, ਰੀਡ ਕਰੋਗੇ, ਉਨੇ ਵਾਰੀ ਤੁਸੀਂ ਉਹਦੇ ਵਿੱਚ ਪਰਫੈਕਟ ਬੰਦੇ ਜਾਓਗੇ। ਮੈਂ ਵਾਰ-ਵਾਰ ਦੇਖੋ ਵਿਧਾਨ ਪਾਲਿਕਾ, ਕਾਰਜਪਾਲਿਕਾ ਨੇ ਪਿਛਲੀ ਵੀਡੀਓ ਵਿੱਚ ਵੀ ਉਹੀ ਚੀਜ਼ਾਂ ਗਈਆਂ ਨੇ, ਹੁਣ ਵੀ ਉਹੀ ਚੀਜ਼ ਜਾਣ ਗਈ। ਮੈਨੂੰ ਇਹ ਕੋਈ ਫਰਕ ਨਹੀਂ ਪੈਂਦਾ ਕਿ ਵਾਰ-ਵਾਰ ਰਿਪੀਟ ਹੋ ਰਿਹਾ, ਮੈਨੂੰ ਇਹ ਫਰਕ ਪੈਂਦਾ ਕਿ ਮੈਂ ਗੱਲ ਨੂੰ ਪੱਲੇ ਪਾਉਣਾ ਹੈ, ਅਤੇ ਪੱਲੇ ਪਾਉਣ ਦੇ ਲਈ ਚਾਹੇ ਮੈਨੂੰ 10 ਵਾਰੀ ਹੋਰ ਗੱਲ ਰਿਪੀਟ ਕਰਨੀ ਪਵੇ, ਮੈਂ ਗੱਲ ਪੱਲੇ ਪਾ ਕੇ ਛੱਡਣੀ। ਗੱਲ ਪੱਲੇ ਪਈ ਕਿ ਨਹੀਂ? ਚਲੋ ਫਿਰ ਠੀਕ, ਆਹੀ ਤਾਂ ਮੈਂ ਜਾਣਾ। ਲਓ ਜੀ ਦੇਖੋ, ਵਿਧਾਨ ਪਾਲਿਕਾ ਕਿੰਨੇ ਅੰਗ? ਕਾਰਜਪਾਲਿਕਾ ਕਿੰਨੇ ਅੰਗ? ਨਿਆਂਪਾਲਿਕਾ। ਵਿਧਾਨ ਪਾਲਿਕਾ ਕਿੰਨੇ ਅੰਗ? ਕਾਰਜਪਾਲਿਕਾ ਦੇ ਕਿੰਨੇ ਅੰਗ? ਨਿਆਂਪਾਲਿਕਾ ਦੇ ਕਿੰਨੇ ਅੰਗ? ਕਿਆ ਬਾਤ ਹੈ, ਯਾਦ ਹੋ ਗਿਆ ਨਾ? ਓਕੇ। ਵਿਧਾਨ ਪਾਲਿਕਾ ਦੇ ਪਹਿਲੇ ਅੰਗ ਨੂੰ ਕੀ ਕਹਾਂਗੇ? ਰਾਜ ਸਭਾ। ਕਿਆ ਬਾਤ ਹੈ? ਰਾਜ ਇਹਨਾਂ ਨੂੰ ਕੀ ਕਹਾਂਗੇ? ਲੋਕ ਸਭਾ। ਤੀਸਰੇ ਕੀ ਕਹਾਂਗੇ? ਰਾਸ਼ਟਰਪਤੀ। ਲਓ ਮਿੱਤਰ ਪਿਆਰਿਓ, ਸੇਮ ਟੂ ਸੇਮ ਇਹਦੇ ਵਿੱਚੋਂ ਪ੍ਰਧਾਨ ਮੰਤਰੀ ਬਾਹਰ ਕੱਢ ਲਿਆ। ਕੀ ਕੱਢ ਲਿਆ ਬਾਹਰ? ਪ੍ਰਧਾਨ। ਦੂਸਰਾ ਕੀ ਬਾਹਰ ਕੱਢ ਲਿਆ? ਰਾਸ਼ਟਰ। ਤੀਸਰਾ ਕੀ ਕੱਢ ਲਿਆ? ਮੰਤਰੀ ਪ੍ਰੀਸ਼ਦ। ਕੀ ਕੱਢ ਲਿਆ? ਮੰਤਰੀ। ਚੌਥਾ ਕੀ ਕੱਢ ਲਿਆ? ਮਹਾਨਿਆਂਵਾਦੀ। ਕਿਆ ਬਾਤ ਹੈ, ਮਹਾਨਿਆਂਵਾਦੀ। ਇਹਦਾ ਮਤਲਬ ਇਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਡੇ ਕੋਲ ਪਤਾ ਲੱਗਿਆ ਕਿ ਇਹ ਕਿਹਦਾ ਰੂਪ ਬਣ ਗਏ ਨੇ? ਕਾਰਜ। ਲਓ ਜੀ, ਮਹਾਨਿਆਂਵਾਦੀ। ਮੰਤਰੀ ਪ੍ਰੀਸ਼ਦ ਵੀ ਕੱਟਿਆ ਗਿਆ ਤੇ ਮੰਤਰੀ ਪ੍ਰੀਸ਼ਦ ਮਹਾਨਿਆਂਵਾਦੀ। ਓਕੇ ਦੇਖੋ, ਜੇਕਰ ਵਿਧਾਨ ਪਾਲਿਕਾ ਦੇ 3 ਅੰਗ ਨੇ ਤੇ ਇਹ ਵੀ ਫਿਰ ਕਿੰਨੇ ਤੇ ਅੰਗ ਨੇ? ਰਾਜ ਸਭਾ। ਰਾਜ ਸਭਾ ਦਾ ਨਾਮ ਇੱਥੇ ਰੱਖ ਦਿੱਤਾ ਗਿਆ ਨਵਾਂ। ਕੀ ਰੱਖ ਦਿਆਂਗੇ? ਵਿਧਾਨ ਪ੍ਰੀਸ਼ਦ। ਲਓ ਜੀ ਦੇਖੋ, ਰਾਜ ਸਭਾ ਦਾ ਨਾਮ ਬਦਲ ਕੇ ਇੱਥੇ ਰੱਖਦਾ ਵਿਧਾਨ ਪ੍ਰੀਸ਼ਦ। ਲੋਕ ਸਭਾ ਦਾ ਨਾਮ ਬਦਲ ਕੇ ਰੱਖਤਾ ਵਿਧਾਨ ਸਭਾ। ਰਾਸ਼ਟਰਪਤੀ ਹੀ ਕੌਣ ਬਣ ਗਿਆ? ਰਾਜਪਾਲ। ਜੇਕਰ ਸੈਂਟਰ ਲੈਵਲ ਤੇ ਪ੍ਰਧਾਨ ਮੰਤਰੀ ਹੈ ਤੇ ਇੱਥੇ ਕੌਣ ਹੋਵੇਗਾ? ਮੁੱਖ ਮੰਤਰੀ। ਕੌਣ ਹੋਵੇਗਾ ਜੀ? ਮੁੱਖ ਮੰਤਰੀ। ਜੇਕਰ ਰਾਸ਼ਟਰਪਤੀ ਇੱਥੇ ਕੌਣ ਹੋਵੇਗਾ? ਰਾਜਪਾਲ। ਜੇਕਰ ਮੰਤਰੀ ਪ੍ਰੀਸ਼ਦ ਹੈ ਤੇ ਇੱਥੇ ਵੀ ਕੀ ਹੋਵੇਗਾ? ਮੰਤਰੀ। ਬਸ ਫਰਕ ਹੈ ਕਿ ਉਹ ਹੋਵੇਗੀ ਸੈਂਟਰ ਦੀ ਤੇ ਇਹ ਕੀ ਹੈ? ਸਟੇਟ। ਮਹਾਨਿਆਂਵਾਦੀ ਇੱਥੇ ਕੌਣ ਹੋਵੇਗਾ? ਮਹਾਅਧਿਵਕਤਾ। ਤੇ ਸੁਪਰੀਮ ਕੋਰਟ ਹੈ ਤੇ ਆ ਕੀ ਬਣ ਜਾਏਗਾ? ਹਾਈ। ਹੁਣ ਦੇਖੋ ਗੱਲ ਨੂੰ ਅੰਡਰਸਟੈਂਡ ਕਰਦੇ ਹਾਂ। ਮੈਂ ਕਿਹਾ ਹੈ, ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਤਿੰਨਾਂ ਨੂੰ ਅਸੀਂ ਕਹਿੰਦੇ ਆ ਸੰਸਦ। ਕੀ ਕਹਿੰਦੇ ਆ? ਇਹਦਾ ਮਤਲਬ ਸੰਸਦ ਕਿਹਨਾਂ ਤੋਂ ਮਿਲ ਕੇ ਬਣਦੀ? ਰਾਜ ਸਭਾ, ਲੋਕ ਸਭਾ ਤੇ ਜੇ ਕੇਂਦਰ ਸਰਕਾਰ ਹੀ ਰਾਜ ਸਰਕਾਰ ਹੈ, ਰਾਜ ਸਰਕਾਰ ਹੀ ਕੇਂਦਰ ਸਰਕਾਰ ਹੈ। ਡਿਫਰੈਂਸ ਹੀ ਨਹੀਂ, ਸਿਰਫ ਕੀ ਫਰਕ ਹੈ? ਏਰੀਏ ਦਾ। ਇੱਕ ਵੱਡੇ ਲੈਵਲ ਤੇ ਕੰਮ ਕਰੇਗਾ, ਇੱਕ ਛੋਟੇ ਲੈਵਲ ਤੇ ਕੰਮ ਕਰੇਗਾ। ਇਹਦਾ ਮਤਲਬ ਕੀ? ਸਾਡੇ ਕੋਲ ਜੇਕਰ ਸੈਂਟਰ ਦੀ ਸੰਸਦ ਦੀ ਗੱਲ ਕਰੀਏ ਤਾਂ ਕਿੰਨੀ ਚੀਜ਼ ਤੋਂ ਮਿਲ ਕੇ ਬਣਦੀ? ਰਾਜ ਸਭਾ, ਲੋਕ ਸਭਾ ਤੇ ਜੇ ਸਟੇਟ ਦੀ ਸੰਸਦ ਦੀ ਗੱਲ ਕਰੀਏ ਤਾਂ ਕਿਹਦੇ ਤੋਂ ਮਿਲ ਕੇ ਬਣੇਗੀ? ਵਿਧਾਨ ਪ੍ਰੀਸ਼ਦ, ਵਿਧਾਨ ਸਭਾ ਤੇ ਰਾਜ। ਇਹਨਾਂ ਤਿੰਨਾਂ ਨੂੰ ਅਸੀਂ ਕੀ ਕਹਿੰਦੇ ਆ? ਸੈਂਟਰ ਦੀ ਸੰਸਦ। ਇਹਨੂੰ ਕਹਿੰਦੇ ਆ ਸਟੇਟ ਦੀ ਸੰਸਦ। ਜੇ ਮੈਂ ਕਹਿੰਦਾ ਪਿਆ ਰਾਜ ਸਭਾ ਜੋ ਕੰਮ ਸੈਂਟਰ ਵਿੱਚ ਕਰੇਗੀ ਉਹੀ ਕੰਮ ਸਟੇਟ ਵਿੱਚ ਕੌਣ ਕਰੇਗੀ? ਵਿਧਾਨ। ਜੇ ਮੈਂ ਕਹਿੰਦਾ ਲੋਕ ਸਭਾ ਜੋ ਕੰਮ ਕਿੱਥੇ ਕਰੇਗੀ? ਸੈਂਟਰ। ਉਹੀ ਕੰਮ ਸਟੇਟ ਵਿੱਚ ਕੌਣ ਕਰੇਗੀ? ਵਿਧਾਨ। ਜੋ ਕੰਮ ਰਾਸ਼ਟਰਪਤੀ ਸੈਂਟਰ ਵਿੱਚ ਕਰੇਗਾ ਉਹੀ ਸਟੇਟ 'ਚ ਕੰਮ ਕੌਣ ਕਰੇਗਾ? ਰਾਜਪਾਲ। ਜੋ ਕੰਮ ਪ੍ਰਧਾਨ ਮੰਤਰੀ ਸੈਂਟਰ 'ਚ ਕਰੇਗਾ ਉਹੀ ਕੰਮ ਮੁੱਖ ਮੰਤਰੀ ਕਰੇਗਾ ਸਟੇਟ 'ਚ। ਜੋ ਕੰਮ ਰਾਸ਼ਟਰਪਤੀ ਸੈਂਟਰ ਵਿੱਚ ਕਰੇਗਾ ਉਹੀ ਕੰਮ ਰਾਜਪਾਲ ਕਰੇਗਾ। ਜੋ ਕੰਮ ਮੰਤਰੀ ਪ੍ਰੀਸ਼ਦ ਸੈਂਟਰ ਵਿੱਚ ਕਰੇਗੀ ਉਹੀ ਕੰਮ ਸਾਡੇ ਕੋਲ ਮੰਤਰੀ ਫਿਰ ਸਟੇਟ ਦੀ ਕਿੱਥੇ ਕਰੇਗੀ? ਸਟੇਟ।
ਜੇਕਰ ਜੋ ਕੰਮ ਮਹਾਨਿਆਂਵਾਦੀ ਦਾ ਕੰਮ ਸੈਂਟਰ 'ਚ ਉਹੀ ਸਟੇਟ 'ਚ ਕੰਮ ਮਹਾ ਅਧਿਵਕਤਾ ਦਾ, ਇਹ ਗੱਲ ਨੂੰ ਪੱਲੇ ਬੰਨ ਲਓ। ਹੁਣ ਗੱਲਾਂ ਕਲੀਅਰ ਹੋ ਗਈਆਂ। ਹੁਣ ਦੇਖੋ ਉਸ ਤੋਂ ਬਾਅਦ ਕੁਝ ਗੱਲਾਂ ਕਰਦੇ ਅਸੀਂ, ਜਿਹੜੀ ਕੇਂਦਰ ਸਰਕਾਰ ਹੈ, ਅੰਡਰਸਟੈਂਡ, ਕੇਂਦਰ ਸਰਕਾਰ ਦੇ ਵਿੱਚ ਇੱਕ ਵਿਧਾਨ ਪਾਲਿਕਾ ਹੈ, ਇੱਕ ਕਾਰਜਪਾਲਿਕਾ ਤੇ ਇੱਕ ਨਿਆਂਪਾਲਿਕਾ ਹੈ। ਹੁਣ ਕੁਝ ਮੈਂ ਆਰਟੀਕਲਸ ਦੀ ਗੱਲ ਕਰਨ ਲੱਗਿਆ। ਜੋ ਸੰਸਦ ਹੈ, ਸੰਸਦ ਕਿੰਨੇ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ? ਓਕੇ, ਸੰਸਦ 3 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ। ਅਸੀਂ ਕਹਿੰਦੇ ਹਾਂ ਸੰਸਦ, ਰਾਜ ਸਭਾ, ਲੋਕ ਸਭਾ ਐਂਡ ਪ੍ਰੈਜ਼ੀਡੈਂਟ। ਰਾਜ ਸਭਾ ਦਾ ਜਿਹੜਾ ਆਰਟੀਕਲ ਹੈ ਕਿੰਨਾ ਨੰਬਰ ਹੈ? 80 ਨੰਬਰ। ਕਿੰਨਾ ਨੰਬਰ ਕਹਿੰਦੇ ਆ? ਸੰਸਦ ਦਾ ਕਿੰਨਾ ਹੈ? 79। ਕਿੰਨਾ ਹੈ? ਲੋਕ ਸਭਾ ਦਾ ਕਿੰਨਾ ਹੈ? 81। ਲਾਈਨ ਵਾਈਜ਼ 79, 80, 81। 79 ਨੰਬਰ ਆਰਟੀਕਲ ਕਿਹਦਾ ਹੈ? ਸੰਸਦ ਦਾ। ਓਕੇ, 80 ਨੰਬਰ ਆਰਟੀਕਲ ਕਿੰਦਾ ਹੈ? ਰਾਜ ਸਭਾ ਦਾ। 81 ਨੰਬਰ ਕਿੰਦਾ ਹੈ? ਹੁਣ ਦੇਖੋ ਆਰਟੀਕਲ ਤਾਂ ਮੈਂ ਸ਼ਬਦ ਬੋਲਤਾ, ਹੁਣ ਆਰਟੀਕਲਸ ਹੁੰਦੇ ਕੀ ਨੇ ਇਹ ਵੀ ਤਾਂ ਗੱਲ ਸਮਝਣੀ ਚਾਹੀਦੀ ਹੈ ਨਾ। ਸਾਡਾ ਸੰਵਿਧਾਨ ਇੱਕ ਇਸ ਤਰ੍ਹਾਂ ਦੀ ਕਿਤਾਬ ਹੈ ਜਿਹਦੇ ਵਿੱਚ ਅਲੱਗ-ਅਲੱਗ ਰੂਲਸ ਲਿਖੇ ਹੋਏ ਨੇ। ਕੋਈ 1 ਨੰਬਰ ਤੇ ਗੱਲ ਲਿਖੀ ਵੀ ਹੈ, 2 ਨੰਬਰ ਤੇ ਗੱਲ ਲਿਖੀ ਵੀ ਦੇਸ਼ ਕਿਹੋ ਜਿਹਾ ਹੋਵੇਗਾ, 3 ਨੰਬਰ ਤੇ, 4 ਨੰਬਰ ਤੇ, ਇੱਦਾਂ ਲਗਭਗ 470 ਆਰਟੀਕਲ ਨੇ ਸਾਡੇ ਸੰਵਿਧਾਨ 'ਚ। ਲਗਭਗ ਗੱਲਾਂ ਲਿਖੀਆਂ ਨੇ ਕਿ ਸਾਡਾ ਦੇਸ਼ ਚੱਲੇਗਾ ਕਿਵੇਂ, ਸਾਡੇ ਦੇਸ਼ ਨੂੰ ਚਲਾਉਣ ਦੇ ਉੱਪਰ ਸਾਰੇ ਕੀ ਲਿਖੇ ਹੋਏ ਨੇ? ਕਾਨੂੰਨ। ਹੁਣ ਗੱਲ ਪੈਦਾ ਹੋਈ ਸੰਵਿਧਾਨ ਕੀ ਹੁੰਦਾ ਹੈ। ਕਈ ਬੱਚਿਆਂ ਨੂੰ ਪਤਾ ਹੀ ਨਹੀਂ ਸੰਵਿਧਾਨ ਕੀ। ਦੇਖੋ ਕਿਤਾਬਾਂ ਕਹਿਣਗੀਆਂ ਕਿ ਸੰਵਿਧਾਨ ਇੱਕ ਉਹ ਲਿਖਿਤ ਦਸਤਾਵੇਜ਼ ਹੁੰਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਇੱਕ ਦੇਸ਼ ਚੱਲਦਾ ਹੈ। ਕੀ ਦਸਤਾਵੇਜ਼? ਕੋਈ ਅੰਡਰਸਟੈਂਡ ਦੀ ਗੱਲ ਹੀ ਨਹੀਂ ਗੀ, ਉਹ ਤਾਂ ਕਿਤਾਬੀ ਗੱਲਾਂ ਨੇ। ਦਸਤਾਵੇਜ਼ ਜਾਂ ਕਿਤੇ ਸਿੰਪਲ ਭਾਸ਼ਾ 'ਚ ਆਵਾਂ, ਦੇਖੋ ਮੈਂ ਸਮਝਾਣਾ। ਦੇਖੋ ਇਹ ਕਾਪੀ ਹੈਗੀ ਕਿ ਨਹੀਂ ਹੈਗੀ? ਇਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਇੱਕ ਗੱਲ ਸਮਝੋ। ਫੋਰ ਐਗਜ਼ਾਮਪਲ ਮੈਂ ਇੱਕ ਢਾਬੇ 'ਤੇ ਕੰਮ ਕਰਦਾ, ਕੇਕ ਕਰਦਾ ਇੱਕ ਢਾਬੇ 'ਤੇ ਕੰਮ। ਉਸ ਢਾਬੇ ਦੇ ਵਿੱਚ ਜਿਸ ਜਗ੍ਹਾ 'ਤੇ ਮੈਂ ਕੰਮ ਕਰਦਾ ਉਹਦਾ ਇੱਕ ਕੀ ਹੁੰਦਾ ਹੈ? ਮੈਨਿਊ। ਕੀ ਹੁੰਦਾ? ਇੱਕ ਉਸ ਮੈਨਿਊ ਦੇ ਉੱਪਰ ਅਲੱਗ-ਅਲੱਗ ਚੀਜ਼ਾਂ ਲਿਖੀਆਂ ਹੁੰਦੀਆਂ ਨੇ। 1 ਨੰਬਰ ਤੇ ਚਾਹ, 2 ਨੰਬਰ ਤੇ ਕੌਫੀ, 3 ਨੰਬਰ ਤੇ ਲੱਸੀ, 4 ਨੰਬਰ ਤੇ ਪਰਾਂਠਾ ਲਿਖਿਆ ਹੁੰਦਾ ਕਿ ਲਿਖਿਆ ਹੁੰਦਾ? ਦੇਖੋ ਫੋਰ ਐਗਜ਼ਾਮਪਲ ਇਹਦੇ ਉੱਪਰ ਲਿਖਿਆ ਹੋਇਆ 1 ਨੰਬਰ ਤੇ ਚਾਹ, 2 ਨੰਬਰ ਤੇ ਕੌਫੀ, 3 ਨੰਬਰ ਤੇ ਲੱਸੀ, 4 ਨੰਬਰ ਤੇ ਪਰਾਂਠਾ, ਕੁਝ ਵੀ ਲਿਖਿਆ ਹੋਇਆ। ਹੁਣ ਇਹ ਇੱਕ ਤਰ੍ਹਾਂ ਦਾ ਢਾਬੇ ਦਾ ਕੀ ਹੈ? ਮੈਨਿਊ। ਉਸ ਤੋਂ ਬਾਅਦ ਇਸ ਢਾਬੇ ਦੇ ਉੱਪਰ ਹਰੇਕ ਮੈਨਿਊ ਦੇ ਉੱਪਰ ਸੇਮ ਗੱਲਾਂ ਲਿਖੀਆਂ ਹੋਈਆਂ ਨੇ। ਜੇ ਹਰੇਕ ਜਿੰਨੇ ਵੀ ਉੱਥੇ ਕਸਟਮਰ ਬੈਠੇ ਨੇ, ਹਰੇਕ ਕਸਟਮਰ ਜਿਹਦੇ ਕੋਲ ਮੈਨਿਊ ਹੈ 1 ਨੰਬਰ ਤੇ ਕੀ ਲਿਖੀ ਹੋਵੇਗੀ? ਚਾਹ। 2 ਨੰਬਰ ਤੇ ਕੀ ਲਿਖੀ ਹੋਵੇਗੀ? 3 ਨੰਬਰ ਤੇ, 4 ਨੰਬਰ ਤੇ। ਮਤਲਬ ਜਿੰਨੇ ਵੀ ਸਾਡੇ ਕੋਲ ਪਰਸਨ ਉੱਥੇ ਕਸਟਮਰ ਨੇ, ਹਰੇਕ ਦੇ ਕੋਲ ਸੇਮ ਮੈਨਿਊ ਹੋਵੇਗਾ। ਉਸ ਮੈਨਿਊ ਦੇ ਪਿੱਛੇ ਕੁਝ ਇੰਸਟਰਕਸ਼ਨ ਲਿਖੀਆਂ ਹੋਣਗੀਆਂ, ਜਿਵੇਂ ਕਿ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਜਿਹੜਾ ਢਾਬੇ ਦਾ ਟਾਈਮ ਖੁੱਲ੍ਹਣ ਦਾ ਅਤੇ ਬੰਦ ਹੋਣ ਦਾ ਹੈ। ਇਹਦੇ ਜਿਹੜੇ ਢਾਬੇ ਦੀ ਚੀਜ਼ਾਂ ਦੀ ਟੁੱਟ ਭੱਜ ਨਾ ਕੀਤੀ ਜਾਵੇ। ਜੇਕਰ ਕੋਈ ਕਰੇਗਾ ਤਾਂ ਉਹਦੇ ਤੋਂ ਇੰਨੀ ਬਣਦੀ ਵਸੂਲੀ ਲਈ ਜਾਵੇਗੀ। ਹਰੇਕ ਗੱਲ ਢਾਬੇ ਦੇ ਪਿੱਛੇ ਕੁਛ ਨਾ ਕੁਛ ਕੀ ਲਿਖੇ ਹੁੰਦੇ ਨੇ? ਰੂਲ। ਕੀ ਲਿਖੇ ਹੁੰਦੇ ਨੇ? ਉਸ ਮੈਨੂ ਦੇ ਪਿੱਛੇ ਕੁਛ ਨਾ ਕੁਛ ਕੀ ਲਿਖੇ ਹੁੰਦੇ ਨੇ? ਇਹਦਾ ਮਤਲਬ ਦੇਖੋ, ਜੇਕਰ ਇਹ 'ਤੇ 1 ਨੰਬਰ 'ਤੇ ਲਿਖਿਆ ਹੋਇਆ ਕਿ ਢਾਬੇ ਦਾ ਟਾਈਮ ਸੁਬਾਹ 9 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲ੍ਹਣ ਅਤੇ ਬੰਦ ਹੁੰਦਾ ਹੈ, ਅਤੇ ਦੂਜੇ ਮੈਨੂ 'ਤੇ ਵੀ ਇਹੀ ਗੱਲ ਸੇਮ ਲਿਖੀ ਹੋਵੇਗੀ। ਇਹ ਅਸਲ ਦੇ ਵਿੱਚ ਦੇਖੋ, ਜੋ ਇਹ 'ਤੇ 1 ਨੰਬਰ ਜਿਹੜੀ ਗੱਲ 1 'ਤੇ ਲਿਖੀ ਹੋਈ ਹੈ ਉਹ ਢਾਬੇ ਦਾ ਕੀ ਹੈ? ਰੂਲ। 2 ਨੰਬਰ 'ਤੇ ਕੀ ਲਿਖੀ ਹੋਈ? ਢਾਬੇ ਦਾ ਕੀ ਹੈ? ਰੂਲ। 3 ਨੰਬਰ 'ਤੇ ਕੀ ਹੈ? ਢਾਬੇ ਦਾ। ਉਸ ਢਾਬੇ ਦਾ ਸਿਸਟਮ ਕਿਵੇਂ ਚੱਲੇਗਾ, ਉਹਦੇ ਸਾਰੇ ਰੂਲ ਉਸ ਮੈਨਿਊ ਦੇ ਪਿੱਛੇ ਲਿਖੇ ਹੋਣਗੇ ਕਿ ਲਿਖੇ ਹੋਣਗੇ? ਲਿਖੇ ਹੋਣਗੇ। ਉਹ ਜੋ ਐਕਚੁਅਲ ਦੇ ਵਿੱਚ ਜਿਹੜਾ ਢਾਬਾ ਹੈ ਉਹਦੇ ਜੋ ਮੈਨਿਊ ਹੈ ਉਸ ਢਾਬੇ ਦਾ ਸੰਵਿਧਾਨ ਹੈ। ਕੀ ਹੈ? ਉਸ ਸੰਵਿਧਾਨ ਜੋ ਸਾਡਾ ਉਸ ਢਾਬੇ ਦਾ ਸੰਵਿਧਾਨ ਹੈ ਉਹ ਸਾਰਾ ਦਾ ਸਾਰਾ ਕੀ ਸਾਨੂੰ ਦੱਸ ਰਿਹਾ ਹੈ ਕਿ ਇਹਦੇ ਉੱਪਰ ਕੀ ਇੰਸਟਰਕਸ਼ਨ ਨੇ, ਕਿੱਦਾਂ ਢਾਬੇ ਦਾ ਟਾਈਮ ਸੁਬਾਹ ਓਪਨਿੰਗ ਦਾ ਹੈ, ਕਿੱਦਾਂ ਸ਼ਾਮ ਨੂੰ ਕਲੋਜ਼ਿੰਗ ਦਾ ਹੈ। ਇਹਦੇ ਉੱਪਰ ਜੇਕਰ ਕੋਈ ਤੋੜ ਭੰਨ ਕਰਦਾ ਢਾਬੇ ਦੀ ਚੀਜ਼ਾਂ ਦੀ, ਉਹਦੇ ਉੱਪਰ ਕਿੰਨਾ ਖਰਚਾ ਪਵੇਗਾ। ਇਹਦਾ ਮਤਲਬ ਸੰਵਿਧਾਨ ਕੀ ਹੈ? ਉਸ ਢਾਬੇ ਦੇ ਮੁਤਾਬਕ ਜੋ ਮੈਨਿਊ ਹੈ ਜਿਹਦੇ ਉੱਪਰ ਸਾਰੇ ਰੂਲਸ ਇੰਸਟਰਕਸ਼ਨ ਲਿਖੀਆਂ ਹੋਈਆਂ ਨੇ, ਉਹਨੂੰ ਅਸੀਂ ਉਸ ਢਾਬੇ ਦਾ ਕੀ ਕਵਾਂਗੇ? ਸੰਵਿਧਾਨ। ਸੰਵਿਧਾਨ ਪੱਲੇ ਪਿਆ ਕਿ ਨਹੀਂ ਪਿਆ? ਸੰਵਿਧਾਨ ਸਮਝਾਇਆ ਕੀ ਹੁੰਦਾ ਹੈ? ਸੰਵਿਧਾਨ ਦਾ ਮਤਲਬ ਇੱਕ ਇਸ ਤਰ੍ਹਾਂ ਦਾ ਸਾਡੇ ਭਾਰਤ ਦਾ ਮੈਨਿਊ ਜਿਹਦੇ ਵਿੱਚ ਸਾਡਾ ਜਿਹੜਾ ਦੇਸ਼ ਢਾਬਾ ਹੈ ਉਹਦੇ ਪ੍ਰਤੀ ਜੋ ਸਾਡੇ ਰੂਲਸ ਲਿਖੇ ਹੋਏ ਨੇ। ਕੀ ਲਿਖੇ ਹੋਏ ਨੇ? ਜੋ ਰੂਲਸ, ਜਿਵੇਂ 1 ਨੰਬਰ
ਉਹਦੇ ਵਿੱਚ ਜੋ ਨੰਬਰਿੰਗ ਕੀਤੀ ਵੀ 1 2 3 4 5 ਇੱਕ ਨੰਬਰ ਤੇ ਗੱਲ ਕੀ ਲਿਖੀ ਵੀ 2 ਨੰਬਰ, ਉਹ ਜੋ ਨੰਬਰਿੰਗ ਨੂੰ ਕਹਿੰਦੇ ਆ ਆਰਟੀਕਲਸ। ਕੀ ਕਹਿੰਦੇ ਆ? ਆਰਟੀਕਲ ਦਾ ਮਤਲਬ ਅਨੁਛੇਦ। ਕੀ ਕਹਿੰਦੇ ਆ? ਉਵੇਂ ਕਿਤੇ ਨਾ ਕਿਤੇ ਸਾਡੇ 80 ਨੰਬਰ ਜਿਹੜੇ ਉਸ ਢਾਬੇ ਦੇ ਮੈਨਿਊ ਦੇ ਉੱਪਰ ਕਿਤੇ ਨਾ ਕਿਤੇ 80 ਨੰਬਰ ਜਿਹੜਾ ਸਾਡਾ ਢਾਬੇ ਦਾ ਮੈਨਿਊ ਉਹਦੇ ਉੱਪਰ ਇਹ ਗੱਲ ਲਿਖੀ ਵੀ ਕਿ ਸਾਡੇ ਕੀ ਇਹ ਰਾਜ ਸਭਾ ਹੋਵੇਗੀ, ਸਾਡੇ ਕੀ ਹੋਵੇਗੀ ਦੇਸ਼ ਵਿੱਚ। ਇਹਦਾ ਮਤਲਬ ਉਸ ਢਾਬੇ ਦਾ ਜੋ ਮੈਨਿਊ ਹੈ, ਕਿਸੇ ਵੀ ਢਾਬੇ ਜੋ ਮੈਨਿਊ, ਉਹ ਐਕਚੁਅਲ ਵਿੱਚ ਉਸ ਢਾਬੇ ਦਾ ਕੀ ਹੈ ਸੰਵਿਧਾਨ, ਉਹਦੇ ਆਧਾਰ ਤੇ ਉਹਦੇ ਪਰ ਢਾਬੇ ਦੇ ਕੀ ਚੱਲਦੇ ਨੇ ਰੂਲ। ਇਵੇਂ ਹੀ ਸਾਡਾ ਜਿਹੜਾ ਸੰਵਿਧਾਨ ਹੈ, ਕਿਤਾਬ ਸਾਡੀ ਕਹਿੰਦੀ ਹੈ ਕਿ ਸੰਵਿਧਾਨ ਇੱਕ ਲਿਖਿਤ ਦਸਤਾਵੇਜ਼ ਹੁੰਦੇ ਹਨ ਜਿਹਦੇ ਆਧਾਰ ਤੇ ਇੱਕ ਦੇਸ਼ ਦੇ ਕਾਨੂੰਨ ਚੱਲਦੇ ਹਨ ਤੇ ਦੇਸ਼ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦਾ। ਇਹੀ ਗੱਲ ਨੂੰ ਸਮਝੋ, ਸੰਵਿਧਾਨ ਕੀ ਹੁੰਦਾ ਹੈ? ਇਹਦਾ ਮਤਲਬ ਸਾਡੇ ਜੋ ਦੇਸ਼ ਹੈ, ਉਸ ਦੇਸ਼ ਦੇ ਜੋ ਸਾਡੇ ਕੋਲ ਕਿਤਾਬ ਹੈ, ਇੱਕ ਲਿਖਤ ਪੇਜ ਨੇ, ਲਿਖਤ ਫਾਈਲਸ ਨੇ, ਉਹਦੇ ਵਿੱਚ ਲਿਖਿਆ ਹੋਇਆ 1 ਨੰਬਰ ਤੇ ਕੋਈ ਗੱਲ ਲਿਖੀ ਵੀ, ਕੋਈ ਗੱਲ 2 ਨੰਬਰ ਤੇ ਲਿਖੀ ਵੀ, ਕੋਈ 3 ਨੰਬਰ ਤੇ। ਐਵੇਂ ਸੇਮ ਟੂ ਸੇਮ ਭਾਰਤ ਵਿੱਚ ਜਿੰਨੀ ਵੀ ਜਗ੍ਹਾ ਤੇ ਜਿੰਨੇ ਵੀ ਸੰਵਿਧਾਨ ਨੇ, ਜੇ 1 ਨੰਬਰ ਤੇ ਜਿਹੜੀ ਗੱਲ ਮੇਰੇ ਕੋ ਸੰਵਿਧਾਨ ਤੇ ਲਿਖੀ ਵੀ ਹੈ, ਭਾਰਤ ਵਿੱਚ ਜਿੰਨੀ ਵੀ ਜਗ੍ਹਾ ਦੇ ਸੰਵਿਧਾਨ ਨੇ ਹਰੇਕ ਨੰਬਰ ਤੇ ਪਹਿਲੀ ਗੱਲ ਉਹੀ ਲਿਖੀ, ਉਹਦੀ ਬਦਲ ਨਹੀਂ ਸਕਦੀ। ਗੱਲ ਪੱਲੇ ਪਈ ਕਿ ਨਹੀਂ ਪਈ? ਸੰਵਿਧਾਨ ਦਾ ਮਤਲਬ ਕੀ ਹੈ? ਇਸ ਤਰ੍ਹਾਂ ਦੀ ਇੱਕ ਸਾਡੇ ਕੋਲ ਕੀ ਨੋਟਬੁੱਕ, ਕੋਈ ਇੱਕ ਇਸ ਤਰ੍ਹਾਂ ਦੇ ਸਾਡੀ ਕੀ ਕਿਤਾਬ ਜਿਹਦੇ ਉੱਪਰ ਸਾਡੇ ਦੇਸ਼ ਨੂੰ ਚਲਾਉਣ ਲਈ ਪਿਆਰੇ ਪਿਆਰੇ ਬਹੁਤ ਸਤਿਕਾਰਿਤ ਰੂਲ ਲਿਖੇ ਹੋਏ ਨੇ, ਜਿਨ੍ਹਾਂ ਦੇ ਆਧਾਰ ਤੇ ਸਾਡਾ ਦੇਸ਼ ਚੱਲਦਾ ਹੈ। ਗੱਲ ਪੱਲੇ ਪਈ? ਇਸ ਲਈ ਮੈਂ ਇਹ ਗੱਲ ਕਹਿ ਰਿਹਾ ਕਿ ਸੰਵਿਧਾਨ ਦਾ ਮਤਲਬ ਕੀ ਹੈ ਕਿ ਸਾਡੇ ਇੱਕ ਇਸ ਤਰ੍ਹਾਂ ਦੀ ਕੀ ਹੈ, ਸਾਡੇ ਕੋਲ ਰੂਲਾਂ ਵਾਲੀ ਇੱਕ ਸਾਡੇ ਕੋਲ ਆਰਟੀਕਲਸ ਵਾਲੀ ਕਿਤਾਬ ਹੈ, ਉਹਦੇ ਉੱਪਰ ਲਿਖਿਆ ਹੋਇਆ ਕਿ ਸਾਡਾ ਦੇਸ਼ ਕਿੱਦਾਂ ਚੱਲੇਗਾ, ਸਾਡੇ ਦੇਸ਼ ਦੇ ਲੋਕਾਂ ਨੂੰ ਕੀ ਕੀ ਫੈਸਿਲਿਟੀਜ਼ ਨੇ, ਸਾਡੇ ਦੇਸ਼ ਦੇ ਲੋਕ ਕੀ ਕੀ ਕੰਮ ਕਰ ਸਕਦੇ ਨੇ, ਕੀ ਕੀ ਨਹੀਂ ਕਰ ਸਕਦੇ, ਦੇਸ਼ ਦੇ ਨੇਤਾ ਕੀ ਕੀ ਇਹਦੇ ਵਿੱਚ ਕੰਮ ਕਰ ਸਕਦੇ ਨੇ, ਕੀ ਕੀ ਨਹੀਂ ਕਰ ਸਕਦੇ, ਸਾਰੀਆਂ ਗੱਲਾਂ ਉਸ ਕਿਤਾਬ ਵਿੱਚ ਲਿਖੀਆਂ ਹੋਈਆਂ ਨੇ। ਉਹ ਜਿਹੜੀ ਸਾਡੀ ਪਿਆਰੀ ਜੀ ਕਿਤਾਬ ਹੈ, ਉਸ ਕਿਤਾਬ ਨੂੰ ਅਸੀਂ ਕੀ ਕਵਾਂਗੇ? ਸੰਵਿਧਾਨ। ਗੱਲ ਅੰਡਰਸਟੈਂਡ ਹੋਈ ਕਿ ਨਹੀਂ ਹੋਈ? ਇਹਦਾ ਮਤਲਬ ਦੇਖੋ, ਉਹਦੇ ਵਿੱਚ ਜੋ ਮੈਂ ਸੰਵਿਧਾਨ ਦੀ ਗੱਲ ਕਰ ਰਿਹਾ, ਉਹਦੇ ਵਿੱਚ ਮੈਂ ਇਹ ਗੱਲ ਕਰ ਰਿਹਾ ਕਿ ਸਾਡਾ ਜੋ ਸੰਵਿਧਾਨ ਹੈ ਉਹ ਇੱਕ ਜਿਹੜੀ ਸਾਡੀ ਕਿਤਾਬ ਹੈ ਜਿਹਦੇ ਵਿੱਚ ਲਗਭਗ ਸਾਰੇ ਕੀ ਬਣਦੇ ਪਏ ਨੇ ਕਾਨੂੰਨ। ਉਹਦੇ ਵਿੱਚ ਜਿਹਦੇ ਵਿੱਚ ਸਭ ਲਗਭਗ ਆਪਾਂ ਕਹੀ ਸਾਰੇ ਕੀ ਲਿਖੇ ਹੋਏ ਨੇ ਕਾਨੂੰਨ। ਉਹਦੇ ਵਿੱਚ ਉਸ ਮੈਨਿਊ ਵਿੱਚ ਜਾਂ ਉਸ ਸੰਵਿਧਾਨ ਵਿੱਚ 79 ਨੰਬਰ ਤੇ ਕਿਹਦੀ ਗੱਲ ਕੀਤੀ ਗਈ ਹੈ? ਸੰਸਦ ਦੀ। 80 ਨੰਬਰ ਤੇ ਕਿਹਦੀ ਗੱਲ ਕੀਤੀ ਗਈ ਹੈ? 81 ਨੰਬਰ ਤੇ ਕਿਹਦੀ ਗੱਲ ਕੀਤੀ ਗਈ ਹੈ? ਰਾਜ ਸਭਾ ਕੀ ਹੈ, ਕਿੱਦਾਂ ਬਣੇਗੀ, ਕਿੱਦਾਂ ਚੁਣੀ ਜਾਵੇਗੀ, ਇਹਨਾਂ ਦੇ ਮੈਂਬਰਾਂ ਦੀ ਚੋਣ ਕਿੱਦਾਂ ਹੋਵੇਗੀ, ਇਹ ਸਾਰੀ ਦੀ ਸਾਰੀ ਫੁੱਲੀ ਡਿਟੇਲ 80 ਨੰਬਰ ਦੇ ਵਿੱਚ ਗੱਲ ਪਈ ਸੰਵਿਧਾਨ ਦੇ ਵਿੱਚ। ਅੰਡਰਸਟੈਂਡ ਹੋਇਆ ਕਿ ਨਹੀਂ ਹੋਇਆ? 81 ਨੰਬਰ ਦੇ ਵਿੱਚ ਸਾਰੀ ਜਾਣਕਾਰੀ ਕਿਹਦੀ ਲਿਖੀ ਹੋਈ ਹੈ? ਲੋਕ ਸਭਾ ਦੀ। 79 ਨੰਬਰ ਤੇ ਕਿਹਦੀ ਲਿਖੀ ਹੋਈ ਹੈ? ਇਸ ਤਰ੍ਹਾਂ ਸਾਡੇ ਸੰਵਿਧਾਨ ਦੇ ਜੋ ਨੰਬਰ ਤੇ ਜਿਹੜੀ ਗੱਲ ਲਿਖੀ ਹੋਈ ਹੈ, ਉਹਨਾਂ ਨੰਬਰਾਂ ਨੂੰ ਅਸੀਂ ਕਹਿੰਦੇ ਆ ਆਰਟੀਕਲਸ। ਕੀ ਕਹਿੰਦੇ ਆ ਪੰਜਾਬੀ 'ਚ? ਕੀ ਕਹਿੰਦੇ ਆ? ਅਨੁਛੇਦ। ਕੀ ਕਹਿੰਦੇ ਆ? ਗੱਲ ਨੂੰ ਪੱਲੇ ਬੰਨ ਲਓ। ਆਰਟੀਕਲ ਅਨੁਛੇਦ ਦਾ ਮਤਲਬ ਕੀ ਹੈ? ਉਹ ਨੰਬਰ ਜਿਹਦੇ ਉੱਪਰ ਇਹ ਗੱਲ ਲਿਖੀ ਹੋਈ ਹੈ। ਜੇ ਮੈਨੂੰ ਕੋਈ ਪੁੱਛਦਾ ਹੈ ਕਿ ਸੰਵਿਧਾਨ ਦੇ 5 ਨੰਬਰ ਆਰਟੀਕਲ ਤੇ ਕੀ ਲਿਖੀ ਗਈ, ਮੈਂ ਕਹਾਂਗਾ ਇਹ ਕਹਿੰਦਾ ਕਿ ਅਸੀਂ ਆਪਣੇ ਦੇਸ਼ ਦੀ ਨਾਗਰਿਕਾਂ, ਦੇਸ਼ ਦੀ ਨਾਗਰਿਕਤਾ ਬਾਰੇ ਗੱਲ ਕਿਹਦੇ ਬਾਰੇ ਵਿੱਚ ਕੀਤੀ ਹੋਈ ਹੈ? 5 ਨੰਬਰ 'ਚ। ਇਵੇਂ 6 7 8 9 10 11 ਤੱਕ ਆਰਟੀਕਲ ਸਾਰਾ ਸੰਵਿਧਾਨ ਦਾ ਆਰਟੀਕਲ ਕਿਹਨੂੰ ਐਕਸਪਲੇਨ ਕਰਦੇ ਨੇ? ਸਾਡੀ ਸਿਟੀਜ਼ਨਸ਼ਿਪ ਨੂੰ। ਫਿਰ 12 ਤੋਂ ਲੈ ਕੇ 35 ਤੱਕ ਜਿਹੜੇ ਸਾਡੇ ਆਰਟੀਕਲ ਨੇ ਉਹ ਸਾਰੇ ਸਾਡੇ ਮੌਲਿਕ ਅਧਿਕਾਰਾਂ ਬਾਰੇ ਦੱਸਦੇ ਨੇ ਕਿ ਸਾਡੇ ਕਿਹੜੇ ਅਧਿਕਾਰ ਨੇ ਜਿਨ੍ਹਾਂ ਦੇ ਅਸੀਂ ਵਰਤੋਂ ਕਰਕੇ ਆਪਣੀ ਜ਼ਿੰਦਗੀ ਸੋਹਣੀ ਜੀ ਸਕਦੇ। ਗੱਲ ਪੱਲੇ ਪਈ ਕਿ ਨਹੀਂ ਪਈ? ਐਨੀ ਗੱਲ ਕਲੀਅਰ ਹੈ? ਚਲੋ ਠੀਕ ਹੈ ਜੀ। ਬਾਕੀ ਆਪਾਂ ਕੱਲ੍ਹ ਕਰਾਂਗੇ, ਕੱਲ੍ਹ ਗੱਲਾਂ ਕਲੀਅਰ ਕਰਾਂਗੇ ਕਿ ਸਾਡੇ ਕੋਲ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਆਰਟੀਕਲ ਕਿਹੜੇ ਨੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ ਤੇ ਮਹਾਨਿਆਵਾਦੀ ਦੇ। ਠੀਕ ਹੈ ਜੀ? ਓਕੇ, ਠੀਕ ਹੈ, ਥੈਂਕ ਯੂ ਜੀ।